ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਨਿਊਜ਼ ਚੈਨਲ ਸਪੇਨ ਨਿਊਜ਼ ਗੁਰਜੀਤ ਸਿੰਘ ਦੇ ਵਿੱਚ। ਤੇ ਅੱਜ ਦੀਆਂ ਖਬਰਾਂ ਲੈ ਕੇ ਅਸੀਂ ਹਾਜ਼ਰ ਹੋਏ ਗਏ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀਆਂ ਖਬਰਾਂ ਜੀ। ਸਪੇਨ ਮੈਡਰਿਡ ਵਿੱਚ ਉੱਥੋਂ ਦੇ ਜੋ ਅਲਕਾਲਦੇ ਹਨ ਉਹਨਾਂ ਨੇ ਜੋ ਹੈ ਉੱਥੇ ਮੈਡਰਿਡ ਦੇ ਵਿੱਚ ਜੋ ਆਟੋਬੂਸ ਪਬਲਿਕੋਸ ਹਨ ਉਹਨਾਂ ਨੂੰ ਪਬਲਿਕ ਵਾਸਤੇ ਜਿਹੜਾ ਹੈ 3 ਦਿਨਾਂ ਲਈ ਗ੍ਰਾਤਿਸ ਕਰ ਦਿੱਤਾ ਹੈ ਜੀ। ਉਹਨਾਂ ਨੇ ਕਿਹਾ ਹੈ ਕਿ ਟੈਂਪੂਰਲ ਜੋ ਕਿ ਤੂਫਾਨ ਬਰਫੀਲਾ ਤੂਫਾਨ ਹੈ ਜੋ ਕਿ ਇਹ ਮੈਡਰਿਡ ਦੇ ਵਿੱਚ ਬਹੁਤ ਆਇਆ ਤੇ ਲੋਕਾਂ ਨੂੰ ਜਿਹੜਾ ਹੈ ਆਪਣਿਆਂ ਵਾਹਨਾਂ ਤੇ ਇੱਧਰ ਉੱਧਰ ਜਾਣ ਵਿੱਚ ਬਹੁਤ ਤੰਗੀ ਹੋ ਰਹੀ ਹੈ ਤੇ ਉਹਨਾਂ ਨੇ ਇਸ ਕਰਕੇ ਜਿਹੜਾ ਹੈ ਲੋਕਾਂ ਦੀ ਸਹੂਲਤ ਵਾਸਤੇ 3 ਦਿਨਾਂ ਲਈ ਟਰਾਂਸਪੋਰਟ ਦੇ ਮੈਡਰਿਡ ਜਿਹੜਾ ਹੈਗਾ ਉਹ ਫ੍ਰੀ ਕਰ ਦਿੱਤਾ ਹੈ ਜੀ। ਇੰਗਲੈਂਡ ਵਿੱਚ ਜੋ ਵੱਡੇ ਵੱਡੇ ਜੋ ਕੈਥੇਡ੍ਰਲ ਹਨ ਉਸ ਵਿੱਚ ਇੰਗਲੈਂਡ ਵੱਲੋਂ ਜਿਹੜਾ ਹੈ ਵਕੂਨਾ ਦੇ ਬਾਸੇ ਬਣਾਏ ਗਏ ਹਨ ਜੀ ਅਤੇ ਬਹੁਤ ਸਾਰੇ ਹੋਰ ਵੀ ਬਾਸੇ ਬਣ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਦਿਨ ਦੇ ਵਿੱਚ ਜਿਹੜੇ ਹੈ ਟੀਕੇ ਲੱਗੇ ਜਾਣ, ਕਿਉਂਕਿ ਹਸਪਤਾਲਾਂ ਦੇ ਵਿੱਚ ਜਿਹੜਾ ਹੈ ਇਕੱਠੇ ਲੋਕਾਂ ਦੇ ਟੀਕੇ ਲੱਗਣ ਦੇ ਜਿਹੜਾ ਹੈਗਾ ਉਹ ਚਾਂਸ ਘੱਟ ਹਨ ਤੇ ਇਹਨਾਂ ਖੁੱਲੀਆਂ ਜਗ੍ਹਾ ਤੇ ਜਿਹੜੇ ਹਨ ਉਹ ਇਹ ਕਰੋਨਾ ਵਾਇਰਸ ਦੇ ਜਿਹੜੇ ਹੈ ਵਕੂਨਾ ਦੇ ਬੇਸ ਬਣਾ ਕੇ ਉੱਥੇ ਜਿਹੜਾ ਹੈ ਲੋਕਾਂ ਦੇ ਵੱਧ ਤੋਂ ਵੱਧ ਟੀਕੇ ਜਿਹੜਾ ਹੈ ਲਗਾਉਣ ਦਾ ਉਹਨਾਂ ਨੇ ਪਲਾਨ ਬਣਾਇਆ ਹੈ ਜੀ। ਸਪੇਨ ਦੀਆਂ ਜੋ ਸਾਰੀਆਂ ਕੋਮਨੀਦਾਦਾਂ ਸਨ ਉਹ ਜਲਦ ਹੀ ਜਿਹੜੀਆਂ ਹਨ ਸਖਤਾਈਆਂ ਵਿੱਚ ਹੋਰ ਵਾਧਾ ਕਰਨ ਜਾ ਰਹੀਆਂ ਹਨ, ਕਿਉਂਕਿ ਗੋਬੇਰਨੋ ਸਪਾਨੀਆ ਨੇ ਕਿਹਾ ਹੈ ਕਿ ਜੇ ਕੋਮਨੀਦਾਦਾਂ ਨੂੰ ਸਾਰਿਆਂ ਨੂੰ ਕਿਹਾ ਹੈ ਕਿ ਤੁਸੀਂ ਆਪੋ ਆਪਣੀਆਂ ਕੋਮਨੀਦਾਦਾਂ ਦੇ ਵਿੱਚ ਜਿਹੜਾ ਹੈ ਸਖਤਾਈ ਨੂੰ ਵਧਾ ਲਓ ਤਾਂ ਕਿ ਜਿਹੜਾ ਹੈ ਕਰੋਨਾ ਵਾਇਰਸ ਦੇ ਕੇਸ ਜਿਹੜੇ ਹੈ ਉਹ ਘਟ ਜਾਣ, ਜਿਸ ਦੇ ਨਾਲ ਰਿਜ਼ਲਟ ਇਹ ਨਿਕਲੇਗਾ ਕਿ ਗੋਬੇਰਨੋ ਸਪਾਨੀਆ ਨੂੰ ਜਿਹੜਾ ਹੈ ਡੋਮੀਸੋਲੀਓ ਜਿਹੜਾ ਕੌਨਫੀਨਾਮੈਂਟੋ ਭਾਵ ਜਿਹੜਾ ਹੈ ਘਰਾਂ ਦੇ ਅੰਦਰ ਹੀ ਜਿਹੜਾ 100% ਜਿਹੜਾ ਡੱਕ ਦੇਣਾ ਲੋਕਾਂ ਨੂੰ ਉਹ ਨਾ ਕਰਨਾ ਪਵੇਗਾ। ਜੇਕਰ ਕੋਮਨੀਦਾਦਾ ਆਪਣੀ ਜਿਹੜਾ ਹੈ ਸਖਤਾਈਆਂ ਵਧਾ ਦੇਣਗੇ ਤਾਂ ਗੋਬੇਰਨੋ ਨੂੰ ਕੌਨਫੀਨਾਮੈਂਟੋ ਡੋਮੀਸਿਲਾਰੀਓ ਜਿਹੜੀ ਹੈ ਉਹ ਕਰਨੀ ਨਹੀਂ ਪਵੇਗੀ ਜੀ। ਵਕੂਨਾ ਜੌਨਸਨ ਐਂਡ ਜੌਨਸਨ ਨੇ ਅਨਾਊਂਸ ਕੀਤਾ ਹੈ ਕਿ ਉਹਨਾਂ ਦਾ ਜਿਹੜਾ ਵਕੂਨਾ ਹੈ ਉਹ ਬਿਲਕੁਲ ਤਿਆਰ ਹੋ ਗਿਆ ਹੈ ਅਤੇ ਉਹ ਜਿਹੜਾ ਹੈਗਾ ਹੁਣ ਲੋਕਾਂ ਦੇ ਜਿਹੜਾ ਲਗਾਉਣਾ ਸ਼ੁਰੂ ਕਰ ਸਕਦੇ ਹਨ। ਉਹਨਾਂ ਨੇ ਕਿਹਾ ਹੈ ਕਿ ਜੌਨਸਨ ਐਂਡ ਜੌਨਸਨ ਦਾ ਜੋ ਵਕੂਨਾ ਹੈ ਉਹ 90% ਜਿਹੜਾ ਹੈ ਐਂਟੀ ਕੋਰਪੋ ਸੈੱਲ ਜਿਹੜਾ ਹੈ ਪ੍ਰੋਡਿਊਸ ਕਰਦਾ ਹੈ ਅਤੇ ਉਹਨਾਂ ਨੇ ਦਾਅਵਾ ਵੀ ਕੀਤਾ ਹੈ ਕਿ ਜੌਨਸਨ ਐਂਡ ਜੌਨਸਨ ਜਿਹੜਾ ਉਹਨਾਂ ਦਾ ਵਕੂਨਾ ਹੈ ਉਹ ਫਾਈਜ਼ਰ ਦਾ ਵਕੂਨਾ ਜਿਹੜਾ ਕਿ ਹੁਣ ਇਸ ਟਾਈਮ ਚੱਲ ਰਿਹਾ ਹੈ ਉਸ ਨਾਲੋਂ ਕਾਫੀ ਜ਼ਿਆਦਾ ਜਿਹੜਾ ਹੈ ਉਹ ਅਸਰਦਾਰ ਹੈ ਜੀ। ਕੋਵਿਡ-19 ਦੀ ਜੋ ਹੈ ਸਪੇਨ ਦੀ ਵੈਕਸੀਨ ਹੈ ਜਿਹੜੀ ਜੋ ਕਿ ਸਪੇਨ ਹੀ ਤਿਆਰ ਕਰ ਰਿਹਾ ਹੈ ਉਹ ਫਾਸੇ 2 ਵਿੱਚ ਆ ਗਈ ਹੈ। ਫਾਸੇ 1 ਵਿੱਚ ਇਹਦਾ ਸਫਲ ਪ੍ਰੀਖਣ ਜਿਹੜਾ ਹੈ ਉਹ ਹੋਇਆ ਹੈ ਤੇ ਇਹ ਵੈਕਸੀਨ ਹੁਣ ਫਾਸੇ 2 ਵਿੱਚ ਆ ਗਈ ਹੈ। ਇਸ ਦਾ ਇਸਤੇਮਾਲ ਪਹਿਲਾਂ ਜਿਹੜਾ ਹੈ ਚੂਹਿਆਂ ਤੇ ਕੀਤਾ ਗਿਆ ਹੈ ਜੀ ਤੇ ਜੋ ਕਿ ਸਫਲ ਰਿਹਾ ਹੈ। ਇਸ ਵੈਕਸੀਨ ਦੀ ਸਫਲਤਾ ਤੋਂ ਬਾਅਦ ਹੁਣ ਫਾਸੇ 2 ਦੇ ਜਿਹੜੇ ਹਨ ਉਸ ਵਿੱਚ ਤਕਰੀਬਨ 500 ਵਲੰਟੀਅਰ ਜਿਹੜਾ ਹੈ ਉਹ ਹਿੱਸਾ ਲੈ ਰਿਹਾ ਹੈ ਤੇ 500 ਵਲੰਟੀਅਰ ਤੇ ਹੁਣ ਜਿਹੜੀ ਹੈ ਜੋ ਸਪੇਨ ਦੀ ਵੈਕਸੀਨ ਹੈ ਉਹ ਲਾ ਕੇ ਜਿਹੜਾ ਹੈ ਉਹਨਾਂ ਦੇ ਟੈਸਟ ਕੀਤੇ ਜਾਣਗੇ ਜੀ। ਸਪੇਨ ਹੁਣ 2 ਤੇ 3 ਜਿਹੜਾ ਹੈ ਵੈਕੂਨਾਸੀਓਨ ਫਾਸੇ ਵਿੱਚ ਆ ਗਿਆ ਹੈ। ਇੱਥੇ ਹੁਣ ਮੂਈ ਗਰਾਵੇ ਪੇਸ਼ੈਂਟ ਦੇ ਟੀਕੇ ਜਿਹੜੇ ਲੱਗਣੇ ਸ਼ੁਰੂ ਹੋਣਗੇ। ਪਹਿਲਾਂ ਜਿਹੜਾ ਇੱਕ ਫਾਸੇ ਹੈ ਜੋ ਸਪੇਨ ਨੇ ਉਹ ਫਾਈਜ਼ਰ ਵਕੂਨੇ ਨਾਲ ਜਿਹੜਾ ਹੈ ਸਫਲਤਾਪੂਰਵਕ ਜਿਹੜਾ ਹੈ ਉਹ ਪਾਰ ਕਰ ਲਿਆ ਹੈ। 2 ਅਤੇ 3 ਦੇ ਵਿੱਚ ਜਿਹੜਾ ਮੂਈ ਗਰਾਵੇ ਪੇਸ਼ੈਂਟ ਦੇ ਟੀਕੇ ਲੱਗਣਗੇ ਤੇ ਇਸ ਤੋਂ ਇਲਾਵਾ ਮਾਇਓਰਸ ਦੇ 64 ਆਨੀਓਸ ਦੇ ਟੀਕੇ ਲੱਗਣਗੇ। ਕੋਈ ਵੀ ਜੋ ਇੰਪ੍ਰੈਸਾ ਹੈ ਜੋ ਆਪਣੇ ਇੰਪਲੋਇਸ ਦੇ ਜੋ ਹਨ ਉਹ ਟੀਕੇ ਲਗਾਉਣਾ ਚਾਹੁੰਦਾ ਹੈ ਉਹ ਵੀ ਜੋ ਹੈ ਜੀ ਇੱਥੇ ਸੋਲੀਸੀਟਿਊਡ ਜਿਹੜਾ ਹੈ ਉਹ ਕਰ ਸਕਦਾ ਹੈ ਜੀ। ਉਸ ਤੋਂ ਬਾਅਦ ਜੋ ਵੁਲਨਰਾਬਲ ਪਰਸੋਨਾ ਜਿਨ੍ਹਾਂ ਕੋਲ ਬਹੁਤੇ ਪੈਸੇ ਨਹੀਂ ਹਨ ਉਹਨਾਂ ਦੇ ਵੀ ਜਿਹੜੇ ਹੈ ਇਹ ਟੀਕੇ ਲੱਗਣਗੇ। ਬੱਚਿਆਂ ਦੇ ਤੇ ਖੋਇਵੈਂਸ ਦੇ ਵੀ ਹੁਣ ਟੀਕੇ ਲੱਗਣੇ ਸ਼ੁਰੂ ਹੋਣਗੇ। ਐਮਬਰਾਸਾ ਦਾ ਜੋ ਲੇਡੀਜ਼ ਹਨ ਉਹਨਾਂ ਦੇ ਵੀ ਸਾਰਿਆਂ ਦੇ ਜਿਹੜੇ ਹੈ ਇਹ ਕੋਵਿਡ ਦੇ ਟੀਕੇ ਹੁਣ ਲੱਗਣੇ ਸਪੇਨ ਦੇ ਵਿੱਚ ਫਾਸੇ 2 ਅਤੇ 3 ਵਿੱਚ ਸ਼ੁਰੂ ਹੋਣ ਜਾ ਰਹੇ ਹਨ ਜੀ। ਇੰਡੀਆ ਦੇ ਵਿੱਚ ਜਿਹੜਾ ਸ਼ਹਿਰ ਪੂਨਾ ਹੈ ਉਸ ਵਿੱਚ ਇੱਕ ਸਿਹਦੇ ਦਾ ਜਿਹੜਾ ਹੈ ਜਿਸ ਨੂੰ ਕਿ
ਮਾਈਮਾ ਗ੍ਰਾਂਦੇ ਦੇ ਜਿਹੜਾ ਹੈ ਇਲ ਮੂੰਦੋ ਕਹਿੰਦੇ ਹਨ। ਇਹ ਦੁਨੀਆ ਦੀ ਸਭ ਤੋਂ ਵੱਡੀ ਲੈਬ ਜਿਹੜੀ ਹੈ ਮੰਨੀ ਗਈ ਹੈ, ਜੋ ਕਿ ਇੰਡੀਆ ਪੂਨੇ ਦੇ ਵਿੱਚ ਹੈ ਜੀ। ਤੇ ਇੱਥੇ ਹੀ ਜਿਹੜਾ ਹੈ ਵਕੂਨਾ ਬੜੇ ਸਫਲ ਤਰੀਕੇ ਦੇ ਨਾਲ ਕੋਈ ਵੀ ਵਕੂਨਾ ਜਿਹੜਾ ਹੈ ਉਹ ਤਿਆਰ ਕੀਤਾ ਜਾ ਸਕਦਾ ਹੈ। ਤੇ ਆਕਸਫੋਰਡ ਅਤੇ ਐਸਟਰਾਜੈਨੇਕਾ ਨੇ ਜੋ ਹੈ ਇਸ ਨੂੰ ਕਿਰਾਏ ਤੇ ਜਿਹੜਾ ਹੈ ਉਹ ਲਿਆ ਹੈ ਜੀ। ਪਰ ਇਸੇ ਕੱਲ ਜਿਹੜੇ ਹੈਗਾ ਇੱਕ ਸ਼ਾਰਟ ਸਰਕਟ ਕਾਰਨ ਜਿਹੜਾ ਹੈ ਅੱਗ ਲੱਗ ਗਈ ਹੈ ਜੀ। ਤੇ ਕਾਫੀ ਜਿਹੜਾ ਹੈ ਨੁਕਸਾਨ ਜਿਹੜਾ ਹੈ ਇਸ ਲੈਬ ਨੂੰ ਹੋਇਆ ਹੈ। ਤੇ ਐਸਟਰਾਜੈਨੇਕਾ ਤੇ ਆਕਸਫੋਰਡ ਜਿਹੜਾ ਵਕੂਨੇ ਵੀ ਕਾਫੀ ਹੱਦ ਤੱਕ ਇਹਨਾਂ ਨੂੰ ਵੀ ਜਿਹੜਾ ਹੈ ਇਸ ਦਾ ਅੱਗ ਦੇ ਨਾਲ ਅਫੈਕਟ ਪਿਆ ਹੈ ਜੀ। ਅਮਰੀਕਾ ਦੇ ਜੋ ਨਵੇਂ ਰਾਸ਼ਟਰਪਤੀ ਬਿਡਨ ਹਨ, ਉਹਨਾਂ ਨੇ ਜੋ ਹੈ ਹੁਣ ਅਮਰੀਕਾ ਦੇ ਪ੍ਰੈਜ਼ੀਡੈਂਟ ਦਾ ਜਿਹੜਾ ਹੈਗਾ ਅਹੁਦਾ ਸੰਭਾਲ ਲਿਆ ਹੈ। ਤੇ ਉਹਨਾਂ ਨੇ ਹੁਣ ਆਪਣਾ ਅਮਰੀਕਾ ਦੇ ਵਿੱਚ ਸ਼ਾਸਨ ਜਿਹੜਾ ਸ਼ੁਰੂ ਕਰ ਦਿੱਤਾ ਹੈ ਜੀ। ਪਹਿਲੀ ਸਪੀਚ ਵਿੱਚ ਉਹਨਾਂ ਨੇ ਜਿਹੜਾ ਹੈ ਉਹ ਭਾਸ਼ਣ ਦਿੱਤਾ ਹੈ। ਉਸ ਦੇ ਵਿੱਚ ਪਹਿਲੇ ਭਾਸ਼ਣ ਦੇ ਵਿੱਚ ਉਹਨਾਂ ਨੇ ਅਗਲੇ 100 ਦਿਨਾਂ ਤੱਕ ਕੋਈ ਵੀ ਇਮੀਗ੍ਰਾਂਟ ਜਿਹੜਾ ਹੈ ਅਮਰੀਕਾ ਤੋਂ ਡਿਪੋਰਟ ਨਹੀਂ ਕੀਤਾ ਜਾਵੇਗਾ। ਇਹ ਉਹਨਾਂ ਨੇ ਸਭ ਤੋਂ ਪਹਿਲੀ ਸਪੀਚ ਦੇ ਵਿੱਚ ਅਮਰੀਕਾ ਦੇ ਵਿੱਚ ਕਿਹਾ ਹੈ। ਤੇ ਬਿਡਨ ਹੁਣ ਅਮਰੀਕਾ ਦੇ ਪ੍ਰੈਜ਼ੀਡੈਂਟ ਬਣ ਗਏ ਹਨ ਜੀ। ਮੈਡਰਿਡ ਵਿੱਚ ਟੈਂਪੂਰਾਲ ਭਾਵ ਜਿਹੜਾ ਤੂਫਾਨ ਉੱਥੇ ਬਰਫੀਲਾ ਆਇਆ ਸੀ, ਉਸ ਤੋਂ ਬਾਅਦ ਹੁਣ ਉੱਥੇ ਜਿਹੜਾ ਹੈ ਤੁਰਮਿੰਤਸ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ ਜੀ। ਮੌਸਮ ਵਿਭਾਗ ਨੇ ਕਿਹਾ ਹੈ ਕਿ 85 ਕਿਲੋਮੀਟਰ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਨਾਲ ਕਈ ਆਰਬੋਲਸ ਜਿਹੜੇ ਹਨ ਉਹ ਡਿੱਗ ਸਕਦੇ ਹਨ। ਤੇ ਉਹਨਾਂ ਨੇ ਲੋਕਾਂ ਨੂੰ ਇਸ ਤੁਰਮਿੰਤਾ ਦੇ ਦੌਰਾਨ ਘਰ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ, ਕਿਉਂਕਿ ਬਹੁਤ ਹੀ ਤੇਜ਼ ਹਵਾਵਾਂ ਹੁਣ ਮੈਡਰਿਡ ਵਿੱਚ ਚੱਲਣ ਜਾ ਰਹੀਆਂ ਹਨ ਜੀ। ਮੈਡਰਿਡ ਵਿੱਚ ਕੋਵਿਡ ਦੇ ਜੋ ਵੈਕਸੀਨ ਲੱਗ ਰਹੇ ਸਨ, ਉਹਨਾਂ ਨੂੰ ਹੁਣ ਜਿਹੜਾ ਹੈਗਾ ਉਹ ਸਟਾਪ ਕਰ ਦਿੱਤਾ ਹੈ, ਕਿਉਂਕਿ ਮੈਡਰਿਡ ਵਿੱਚ ਜਿਹੜਾ ਹੈ ਕਰੋਨਾ ਵਾਇਰਸ ਦਾ ਜਿਹੜਾ ਟੀਕਿਆਂ ਦਾ ਸਟਾਕ ਹੈ ਉਹ ਖਤਮ ਹੋ ਚੁੱਕਾ ਹੈ। ਸਟਾਕ ਸ਼ਾਰਟ ਹੋਣ ਦੇ ਕਾਰਨ ਜਿਹੜਾ ਹੈ ਟੀਕੇ ਲੱਗਣੇ ਬੰਦ ਹੋ ਗਏ ਹਨ। ਹੁਣ ਉਸ ਜਿਹੜਾ ਹੈ ਹੁਣ ਦੇ ਟਾਈਮ ਜਿਹੜਾ ਹੈ ਡਾਕਟਰਾਂ ਦੇ ਉੱਥੇ ਜੋ ਡਾਕਟਰ ਹਨ, ਮੈਡੀਕਲ ਦੇ ਡਾਕਟਰ ਹਨ, ਜੋ ਉਹਨਾਂ ਦੇ ਟੀਕੇ ਲੱਗ ਰਹੇ ਸਨ, ਜੋ ਹੁਣ ਉਹ ਜਿਹੜਾ ਹੈ ਸ਼ਾਰਟ ਸਟਾਕ ਦੇ ਕਾਰਨ ਰੁਕ ਗਏ ਹਨ ਜੀ। ਸਪਾਨੀਆ ਦੀ ਕੌਮੀ ਦਾ ਬਿਲਬਾਓ ਹੁਣ ਜਿਹੜਾ ਹੈ ਜੋਨਾ ਰੋਖਾ ਦੇ ਵਿੱਚ ਜਿਹੜਾ ਹੈ ਉਹ ਆ ਗਈ ਹੈ। ਇੱਥੇ ਕੇਸ ਜਿਹੜਾ ਹੈ ਵੱਡੀ ਮਾਤਰਾ ਵਿੱਚ ਵੱਧ ਰਹੇ ਹਨ ਜੀ। ਇੱਕਦਮ ਹੀ ਇੱਥੇ ਜੋ ਹੈ ਕਰੋਨਾ ਵਾਇਰਸ ਦੇ ਕੇਸ ਪਾਏ ਗਏ ਹਨ। ਤੇ ਗੋਵਰਨੋ ਬਿਲਬਾਓ ਨੇ ਇੱਕਦਮ ਹੀ ਜਿਹੜਾ ਹੈ ਉੱਥੇ ਲਾਕਡਾਊਨ ਕਰ ਦਿੱਤਾ ਹੈ। ਹੁਣ ਬਿਲਬਾਓ ਵਿੱਚ ਨਾ ਹੀ ਕੋਈ ਜਾ ਸਕਦਾ ਹੈ ਅਤੇ ਨਾ ਹੀ ਕੋਈ ਬਿਲਬਾਓ ਵਿੱਚੋਂ ਨਿਕਲ ਸਕਦਾ ਹੈ। ਗੌਰਮੈਂਟ ਨੇ ਬੜੇ ਸਖਤੀ ਦੇ ਨਾਲ ਜਿਹੜਾ ਹੈ ਬਿਲਬਾਓ ਦੇ ਅੰਦਰ ਜੋ ਹੈ ਇਹ ਆਰਡਰ ਲਾ ਦਿੱਤੇ ਹਨ। ਤੇ ਉੱਥੇ ਕਨਫੀਨਾਮੈਂਟੋ ਦੇ ਨੋਰਮਸ ਜਿਹੜੇ ਹਨ ਉਹ ਬੜੀ ਸਖਤਾਈ ਦੇ ਨਾਲ ਜਿਹੜਾ ਲਾਗੂ ਕਰ ਦਿੱਤੇ ਹਨ। ਕੋਈ ਵੀ ਬਿਲਬਾਓ ਦੇ ਅੰਦਰ ਤੇ ਬਾਹਰ ਨਹੀਂ ਜਾ ਸਕੇਗਾ। ਤੇ ਅੱਗੇ ਗੱਲ ਕਰਦੇ ਹਾਂ ਜੀ, ਤੁਹਾਡੇ ਜੋ ਸਵਾਲ ਹਨ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਤੇ ਤੁਹਾਡੇ ਸਵਾਲ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਦੱਸ ਦਈਏ ਕਿ ਜਿਨ੍ਹਾਂ ਨੇ ਜਿਹੜਾ ਹੈ ਫਾਦਰ ਸਾਹਿਬ ਦੀ ਮੇਰੇ ਦੀ ਸਿਹਤ ਦਾ ਪੁੱਛਿਆ ਹੈ, ਤੇ ਉਹਨਾਂ ਨੂੰ ਦੱਸ ਦਈਏ ਕਿ ਅਸੀਂ ਜਿਹੜਾ ਹਸਪਤਾਲ ਉਹਨਾਂ ਨੂੰ ਘਰ ਜਿਹੜੇ ਹੈ ਲਿਆਏ ਆ। ਤੇ ਹੁਣ ਤਕਰੀਬਨ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੈ, ਪਰ ਹੌਲੀ ਹੌਲੀ ਜਿਹੜੀ ਹੈ ਰਿਕਵਰੀ ਹੋਏਗੀ, ਕਿਉਂਕਿ ਇੱਕਦਮ ਹੀ ਜਦੋਂ ਬੰਦਾ ਬਿਮਾਰ ਹੁੰਦਾ ਫਿਰ ਰਿਕਵਰੀ ਹੋਣੀ ਜਿਹੜੀ ਹੈ ਥੋੜ੍ਹੀ ਦੇਰ ਦੇ ਟਾਈਮ ਲੱਗ ਜਾਂਦਾ। ਇਸ ਕਰਕੇ ਹੁਣ ਰਿਕਵਰੀ ਹੌਲੀ ਹੌਲੀ ਹੋਏਗੀ, ਪਰ ਅੱਗੇ ਨਾਲ ਜਿਹੜੀ ਹੈ ਸਿਹਤ ਵਿੱਚ ਸੁਧਾਰ ਹੈ ਜੀ। ਜਿਨ੍ਹਾਂ ਨੇ ਪੁੱਛਿਆ ਹੈ ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਜੀ। ਤੇ ਮੇਨ ਕਮੈਂਟ ਪੜ੍ਹਦੇ ਹਾਂ ਜੀ, ਕਮੈਂਟ ਬਹੁਤ ਜ਼ਿਆਦਾ ਤੇ ਮੇਨ ਗੱਲ ਆਪਾਂ ਕਰਦੇ ਹਾਂ ਜੀ। सुदन सुरा वालों हेलो जी पाजी जी एक लड़का इंडिया में 12 मंथ से है, उनका रेजिडेंसी कार्ड 2023 में रीन्यू होना है, कोई दिक्कत नहीं आएगी कार्ड में? देखो जी ज़्यादा चेर तुसी 12 महीने तो तुहानूं पहले ही हो गए, ਆਪਾਂ नहीं कहने सिर्फ 3 महीने ਜਿਹੜੇ ਹੁੰਦੇ ਆ ਤੁਸੀਂ ਆਊਟ ਆਫ ਸਪੇਨ ਜਿਹੜਾ ਰਹਿ ਸਕਦੇ ਹੋ, ਭਾਵੇਂ ਤੁਹਾਡੇ ਕੋਲ ਲਾਲ ਪਾਸਪੋਰਟ ਹੈ
ਤੇ ਭਾਵੇਂ ਤੁਹਾਡੇ ਕੋਲ ਰੈਜ਼ੀਡੈਂਸੀ ਕਾਰਡ ਹੈ। 3 ਮਹੀਨੇ ਦਾ ਟਾਈਮ ਹੈ। 3 ਮਹੀਨੇ ਤੋਂ ਬਾਅਦ ਜਦੋਂ ਵੀ ਤੁਹਾਡੇ ਕੋਲ ਜੇਕਰ ਕਿਤੇ ਵੀ ਉਹਨਾਂ ਨੇ ਪਾਸਪੋਰਟ ਤੁਹਾਡੇ ਕੋਲ ਮੰਗ ਲਿਆ ਤੇ ਤੁਹਾਨੂੰ ਦਿੱਕਤ ਆ ਸਕਦੀ ਹੈ ਜੀ। ਆਪਾਂ ਇਹ ਨਹੀਂ ਕਹਾਂਗੇ ਕਿ ਦਿੱਕਤ ਨਹੀਂ ਆਏਗੀ ਤੇ ਲਾਰਗਾ ਦਰਾਸੇ ਨਾਲ ਸਿੱਧੇ ਤੁਸੀਂ ਫਿੰਗਰ ਹੀ ਦੇਣੇ, ਪਰ ਫਿਰ ਵੀ ਕਈ ਵੇਲੇ ਉਹ ਪਾਸਪੋਰਟ ਮੰਗ ਲੈਂਦੇ ਹੁੰਦੇ ਆ। ਇਸ ਕਰਕੇ ਆਪਾਂ ਨਹੀਂ ਕਹਿੰਦੇ ਕਿ ਜ਼ਿਆਦਾ ਚਿਰ ਰਹੋ, ਪ੍ਰੋਬਲਮ ਆ ਸਕਦੀ ਹੈ ਜੀ। ਅੱਗੇ ਜੀ ਕਮੈਂਟ ਪੜ੍ਹਦੇ ਹਾਂ ਜੀ ਕਿ ਸਿੰਘ BCN ਵੱਲੋਂ ਜੀ, ਇਹ ਸਤਿ ਸ਼੍ਰੀ ਅਕਾਲ ਭਾਜੀ, ਤੁਹਾਡੇ ਪਾਪਾ ਦੀ ਹੁਣ ਸਿਹਤ ਕਿੱਦਾਂ ਜੀ ਹੈ ਭਾਜੀ? ਪੁੱਛਣਾ ਸੀ ਕਿ ਇਟਲੀ ਦੇ ਪੇਪਰ ਕਦੋਂ ਨਿਕਲਣੇ ਸ਼ੁਰੂ ਹੋਣੇ ਹਨ ਜੀ? ਲੋਕਾਂ ਨੇ ਪਹਿਲੇ ਸਾਲ ਜਿਹੜਾ ਹੈ ਜਿਹੜਾ ਉਹਨਾਂ ਨੇ ਪਿਛਲੇ ਸਾਲ ਬਾਰੇ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਜਿਹੜੇ ਪੇਪਰ ਜਿਹੜੇ ਆ ਕਦੋਂ ਨਿਕਲਣੇ ਸ਼ੁਰੂ ਹੋ ਜਾਣੇ, ਜਿਹੜੇ ਅਪਲਾਈ ਕੀਤੇ ਸੀ ਪਿਛਲੇ ਸਾਲ। ਦੇਖੋ ਜੀ, ਉਹਨਾਂ ਦਾ ਟਾਈਮ ਜਿਹੜਾ ਹੁੰਦਾ ਆਮ ਕਰਕੇ 1 ਸਾਲ ਦਾ ਟਾਈਮ ਹੁੰਦਾ। ਸਾਲ ਦੇ ਵਿੱਚ ਜਿਹੜੇ ਹੈ ਉਹ ਪੇਪਰ ਜਿਹੜੇ ਨਿਕਲਣੇ ਸ਼ੁਰੂ ਹੋ ਜਾਂਦੇ ਆ। ਤੇ ਵੇਟ ਕਰੋ, ਜਿਹੜੇ 3 ਮਹੀਨੇ ਤੋਂ ਬਾਅਦ ਅਪਲਾਈ ਹੋਣ ਤੋਂ 3 ਮਹੀਨੇ ਤੋਂ ਬਾਅਦ ਜਿਹੜੇ ਹੈ ਉਹਨਾਂ ਦੇ ਜਿਹੜੇ ਹੈਗਾ ਨਿਕਲਣੇ ਸ਼ੁਰੂ ਹੋ ਜਾਂਦੇ ਆ। ਤੇ 3 ਮਹੀਨੇ ਪਹਿਲਾਂ ਵੇਟ ਕਰੋ, ਉਸ ਤੋਂ ਬਾਅਦ ਦੇਖਦੇ ਆ ਵੀ ਤੇ ਆਖਰੀ ਤੱਕ ਸਾਲ ਹੁੰਦਾ ਜੀ। ਜਗਤਾਰ ਸਿੰਘ ਵੱਲੋਂ ਜੀ, ਹੈਲੋ ਭਾਜੀ, ਪੇਪਰ ਜਮ੍ਹਾਂ ਕਰਵਾਏ ਸੀ ਭਾਜੀ ਫੈਮਿਲੀ ਦੇ, ਪਰ ਤਾਸਾ ਨਹੀਂ ਆ ਰਿਹਾ, ਮੰਥ ਹੋਇਆ ਹੈ, ਕੋਈ ਹੱਲ ਹੈ ਭਾਜੀ? ਕੋਈ ਹੱਲ ਨਹੀਂ ਜੀ, ਜਿਹੜਾ ਹੈਗਾ ਤਾਸਾ ਜਿਹੜਾ ਉਹ 1.5 ਮਹੀਨੇ ਬਾਅਦ ਆਉਂਦਾ ਹੁੰਦਾ ਤੇ ਇਹਦਾ ਹੋਰ ਕੋਈ ਹੱਲ ਨਹੀਂ ਹੈਗਾ, ਵੇਟ ਹੀ ਕਰਨੀ ਪਏਗੀ ਜੀ। ਜਸਵੀਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਦਵਿੰਦਰ ਕੌਰ ਵੱਲੋਂ ਸਤਿ ਸ੍ਰੀ ਅਕਾਲ ਤੇ ਸ਼ਿਵਾਨੀ ਭੁਟਾਨੀ ਵੱਲੋਂ ਜੀ, ਭਾਜੀ ਮੈਨੂੰ ਲੈਂਗੁਏਜ ਸਕੂਲ ਮਿਲ ਗਿਆ ਹੈ, ਮੈਂ ਜਰਮਨੀ ਤੋਂ ਬਾਰਸਲੋਨਾ ਆ ਰਿਹਾ ਹਾਂ ਨੈਕਸਟ ਵੀਕ। ਕੋਈ ਲੋਕਡਾਊਨ ਹੋਣ ਦੀ ਨਿਊਜ਼ ਤਾਂ ਨਹੀਂ ਹੈ ਜੀ? ਲੋਕਡਾਊਨ 에ਅਰਲਾਈਨ ਨੂੰ ਕੋਈ ਲੋਕਡਾਊਨ ਨਹੀਂ ਹੈਗਾ, ਤੁਹਾਨੂੰ ਕੋਵਿਡ ਦਾ ਟੈਸਟ ਜਿਹੜਾ ਹੈ ਕਰਾ ਕੇ ਤੁਸੀਂ ਆਰਾਮ ਦੇ ਨਾਲ ਬਾਰਸਲੋਨਾ ਆ ਸਕਦੇ ਹੋ ਜੀ। ਕਮਲਜੋਨੀ ਸਿੰਘ ਜੀ, ਭਾਜੀ ਅਰਾਈਵਲ ਸਰਟੀਫਿਕੇਟ ਦੀ ਡੇਟ ਐਕਸਪਾਇਰ ਹੋ ਗਈ ਹੈ ਤੇ ਆਪਾਂ ਕੀ ਕਰ ਸਕਦੇ ਹਾਂ, ਨਿਊ ਡੇਟ ਵਾਲੇ ਮਿਲ ਸਕਦਾ? ਦੇਖੋ, ਅਰਾਈਵਲ ਦੀ ਜਿਹੜੀ ਡੇਟ ਐਕਸਪਾਇਰ ਹੋ ਗਈ ਉਹ ਤੋਂ ਦੇਖੋ ਛੁੱਟੀਆਂ ਕੱਢ ਲਓ, ਉਹਦੇ ਵਿੱਚੋਂ ਸ਼ਨੀ ਐਤਵਾਰ ਕੱਢ ਲਓ, ਦੇਖੋ ਕਿ ਤੁਹਾਡੇ 3 ਮਹੀਨੇ ਪੂਰੇ ਹੁੰਦੇ। ਜੇਕਰ ਫਿਰ ਵੀ ਜ਼ਿਆਦਾ ਹੈ ਤੁਹਾਡਾ ਤੇ ਤੁਹਾਨੂੰ ਦੁਬਾਰਾ ਤੋਂ ਇੰਟਰਵਿਊ ਜਿਹੜੀ ਰੈਗੋ ਦੀ ਲੈਣੀ ਪਏਗੀ। ਇਹ ਹੀ ਜਿਹੜਾ ਇਨਫੋਰਮ ਹੈ ਰੀਨਿਊ ਨਹੀਂ ਹੋਣਾ ਜੀ। ਬਖਤਾਵਰ ਸਿੰਘ ਵੱਲੋਂ ਜੀ, ਭਾਜੀ ਨਿਊਜ਼ ਦੀ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਆਪਣੇ ਜਿਹੜਾ ਹੈ ਫੈਮਿਲੀ ਦੇ ਜਿਹੜੀ ਸਿਹਤ ਦਾ ਧਿਆਨ ਰੱਖੋ, ਅਸੀਂ ਅਰਦਾਸ ਕਰਦੇ ਹਾਂ ਜੀ ਜਲਦੀ ਠੀਕ ਹੋ ਜਾਣ। ਥੈਂਕ ਯੂ ਜੀ, ਸਾਰਿਆਂ ਦੀ ਬਹੁਤ ਮਿਹਰਬਾਨੀ ਹੈ ਜੀ। ਤੇ ਬਹੁਤ ਸਾਰੇ ਇਹ ਯਾਰ ਦੋਸਤਾਂ ਨੇ ਜਿਹੜਾ ਹੈਗਾ ਉਹਨਾਂ ਨੇ ਇਹੀ ਕਮੈਂਟ ਕੀਤੇ ਹੈ ਜੀ। ਫਾਦਰ ਵਾਸਤੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਜਿਹੜਾ ਹੈ ਧੰਨਵਾਦ ਹੈ ਜੀ। ਤੇ ਮੇਨ ਅਗਲੇ ਕਮੈਂਟ ਆਪਾਂ ਪੜ੍ਹਦੇ ਜਾਂਦੇ ਹਾਂ ਜੀ। ਹਰਵਿੰਦਰ ਕ੍ਰੀਏਸ਼ਨ ਵੱਲੋਂ ਜੀ, ਭਾਜੀ ਕੋਈ ਨਿਊ ਰੂਲਸ ਜਿਹੜਾ ਆਇਆ ਪੱਕੇ ਹੋਣ ਦਾ 3 ਸਾਲ ਦੇ ਪੇਪਰਾਂ ਲਈ? ਨਹੀਂ ਜੀ, ਕੋਈ ਵੀ ਨਵਾਂ ਰੂਲ ਭਾਜੀ ਹਜੇ ਤੱਕ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਨਹੀਂ ਹੈ ਜੀ। ਹਰਵਿੰਦਰ ਸਿੰਘ ਵੱਲੋਂ ਜੀ, ਸਤਿ ਸ਼੍ਰੀ ਅਕਾਲ ਭਾਜੀ, ਸਗੋਰੀ ਸੋਸ਼ਲ ਦੀ ਸਿਟੀ ਦੀ ਵੀਡੀਓ ਸੈਂਡ ਕਰ ਦਿਓ ਪਲੀਜ਼, ਮੈਂ ਸੀਤਾ ਲੈਣਾ। ਸਿਟੀ ਦੀ ਵੀਡੀਓ ਭਾਜੀ ਤੁਹਾਡੇ ਕੋਲ ਨਹੀਂ ਹੈ, ਸ਼ਾਇਦ ਪਹਿਲੇ ਮਿਸਟੇਕ ਹੋ ਗਈ, ਤੁਸੀਂ ਸੀਤੇ ਦੀ ਵੀਡੀਓ ਸ਼ਾਇਦ ਕਹੀ ਹੋਗੀ। ਸੀਤੇ ਦੀ ਜਿਹੜੀ ਵੀਡੀਓ ਕੋਈ ਵੀ ਸਗੋਰੀ ਸੋਸ਼ਲ ਦੀ ਸਾਡੇ ਕੋਲ ਭਾਜੀ ਨਹੀਂ ਹੈ ਅਜੇ ਤੱਕ। ਮਨਦੀਪ ਟੋਨੀ ਵੱਲੋਂ ਜੀ, ਸਤਿ ਸ਼੍ਰੀ ਅਕਾਲ ਭਾਜੀ, ਆਪ ਦੇ ਪਾਪਾ ਦੀ ਤਬੀਅਤ ਠੀਕ ਹੈ ਜੀ ਹੁਣ? ਐਂਡ ਭਾਜੀ ਇਰਤੇ ਨਹੀਂ ਆ ਰਹੇ ਮੇਰੇ, ਇਹ ਤੇ ਭਾਜੀ ਤੇ ਪਤਾ ਨਹੀਂ ਕਿਹੜੇ ਮਹੀਨੇ ਦੇ ਨਹੀਂ ਆਏ ਤੁਹਾਨੂੰ, ਕਿ ਉੱਕਾ ਹੀ ਨਹੀਂ ਆ ਰਹੇ, ਇਹ ਨਹੀਂ ਸਾਨੂੰ ਦੱਸਿਆ ਤੁਸੀਂ। ਤੇ ਜੇ ਤਾਂ ਇਹ ਤੇ ਤੁਹਾਡੇ ਦਸੰਬਰ ਦੇ ਨਹੀਂ ਆਏ ਫਿਰ ਤਾਂ ਤੁਹਾਡੇ ਜਿਹੜੇ ਇਹ ਤੇ ਜਿਹੜੇ ਆਉਣ ਵਾਲੇ ਹੋਊਗੇ, ਕਿਉਂਕਿ 15 ਆਪਾਂ ਤਰੀਕ ਤੱਕ ਜਿਹੜੀ ਹੈ ਜਨਵਰੀ ਤੱਕ ਵੇਟ ਕਰ ਸਕਦੇ ਹਾਂ। ਪਰ ਜਿਹੜਾ ਜਿੱਦਾਂ ਦਾ ਮਾਹੌਲ ਚੱਲਦਾ ਤੇ ਉਹ ਤੇ ਮਾਹੌਲ ਦੇ ਹਿਸਾਬ ਨਾਲ ਤਾਂ ਕਈਆਂ ਨੂੰ 2-2 ਮਹੀਨੇ ਵੀ ਨਹੀਂ ਆਏ ਤੇ ਕਈਆਂ ਨੂੰ 3-3 ਮਹੀਨੇ ਦੀ ਵੀ ਏਅਰ ਤੇ ਨਹੀਂ ਆਏ ਤੇ ਕਈਆਂ ਨੂੰ ਜਿਹੜੇ ਏਅਰ ਤੇ ਬੰਦ ਹੋਣ ਤੇ ਵੀ ਏਅਰ ਤੇ ਆਉਂਦਾ ਹੈ ਤੇ ਸਿਸਟਮ ਦਾ ਕੋਈ ਪਤਾ ਨਹੀਂ ਲੱਗਦਾ। ਹੌਲੀ ਹੌਲੀ ਭਾਜੀ ਰੈਗੂਲਰ ਹੋਏਗਾ, ਪਰ ਸਾਰਿਆਂ ਨੂੰ ਹੀ ਏਅਰ ਤੇ ਮਿਲਣਗੇ ਜਿਨ੍ਹਾਂ ਨੇ ਅਪਲਾਈ ਕੀਤੇ ਹੈ, ਜਿਨ੍ਹਾਂ ਦੇ ਸਹੀ ਤਰੀਕੇ ਨਾਲ ਹੈਗੇ ਆ, ਮਿਲਣਗੇ ਸਾਰਿਆਂ ਨੂੰ। ਤੇ ਅੱਗੇ ਆਪਾਂ ਕਮੈਂਟ ਪੜ੍ਹਦੇ ਜਾਈਏ ਤੇ ਪਾਵਲੋ ਸਿੰਘ ਵੱਲੋਂ ਜੀ, ਇਹਨਾਂ ਨੇ ਕਿਹਾ ਕਿੱਦਾਂ ਬਰੋਦਰ ਕਿੱਧਰ ਗੈਪ ਹੋ ਗਏ ਸੀ ਜੀ? ਇਹ ਨਹੀਂ ਗੈਪ ਤਾਂ ਭਾਜੀ ਕਿਤੇ ਨਹੀਂ, ਇੰਡੀਆ ਸੀਗਾ ਮੈਂ ਆਇਆ ਤੇ ਉਹ ਸਫ਼ਰ ਦੇ ਵਿੱਚ ਸੀਗੇ ਤੇ ਫਿਰ ਇਸ ਕਰਕੇ ਜਿਹੜਾ ਹੈ ਅਨਟੱਚ ਜਿਹੜਾ ਹੈ ਉਹ ਹੋ ਗਏ ਸੀਗੇ ਜੀ। ਅਗਲਾ ਜੀ ਜਿਹੜਾ ਅਗਲਾ ਕਮੈਂਟ ਹੈ ਜੀ ਮਨਪ੍ਰੀਤ ਵੱਲੋਂ ਜੀ, ਭਾਜੀ ਸਤਿ ਸ਼੍ਰੀ ਅਕਾਲ, ਫਾਦਰ ਨੂੰ ਕਿੱਦਾਂ? ਠੀਕ ਹੈ ਜੀ ਭਾਜੀ, ਜੇ ਮੈਂ ਏਅਰ ਤੇ ਜਿਹੜਾ ਹੈਗਾ ਲਗਵਾ ਹੁੰਦਾ ਪਾਰੋ ਤੇ ਕੋਈ ਫਰਕ ਤਾਂ ਨਹੀਂ? ਇਹਨੇ ਕਿਹਾ ਵੀ ਜੇਕਰ ਏਅਰ ਤੇ ਮੈਂ ਲਈ ਜਾਵਾਂ ਤੇ ਕੋਈ ਪਾਰੋ ਤੇ ਫਰਕ ਤਾਂ ਨਹੀਂ ਪੈਂਦਾ, ਕੋਈ ਕਟਿੰਗ ਤਾਂ ਨਹੀਂ ਹੁੰਦੀ? ਨਹੀਂ ਜੀ,
ਪਾਰੋ ਦੀ ਇਰਤੇ ਦੀ ਪਾਰੋ ਵਿੱਚ ਕੋਈ ਵੀ ਕਟਿੰਗ ਨਹੀਂ ਹੁੰਦੀ। ਤੁਸੀਂ ਜਿਹੜਾ ਹੈਗਾ ਆਪਣਾ ਹੱਕ ਲੈ ਰਹੇ ਹੋ, ਜਿਹੜਾ ਕਿ ਤੁਹਾਨੂੰ ਗਵਰਨਮੈਂਟ ਨੇ ਨਵੇਂ ਰੂਲ ਦੇ ਨਾਲ ਦੇ ਰਹੇ ਆ ਜੀ। ਅੱਗੇ ਜੀ ਬਿਲਾਨਾਈ ਸਿੰਘ ਸੌਂਗ ਵੱਲੋਂ ਜੀ, ਸਤਿ ਸ਼੍ਰੀ ਅਕਾਲ ਭਾਜੀ। ਦਿੱਲੀ ਅੰਬੈਸੀ ਦਾ ਸੀਤੇ ਦੀ ਕੋਈ ਇਨਫੋਰਮੇਸ਼ਨ ਦਿਓ ਭਾਜੀ, ਬਹੁਤ ਹੀ ਪ੍ਰੋਬਲਮ ਹੈ। ਠੀਕ ਹੈ ਜੀ, ਮੈਂ ਜਿਹੜਾ ਹੈਗਾ ਸਵੇਰ ਨੂੰ ਜਿਹੜੀ ਹੈ ਗੱਲ ਜਿਹੜੀ ਏਜੰਟਾਂ ਨਾਲ ਕਰਦਾ, ਕੀ ਪ੍ਰੋਬਲਮ ਹੈ। ਏਜੰਟਾਂ ਦੇ ਇੱਕ ਦੋਵਾਂ ਦੇ ਨੰਬਰ ਹੈਗੇ ਮੇਰੇ ਕੋਲ, ਮੈਂ ਉਹਨਾਂ ਨੂੰ ਕਾਲ ਕਰਦਾ, ਪੁੱਛਦਾ ਵੀ ਦਿੱਲੀ ਕੀ ਹੈ ਪ੍ਰੋਬਲਮ ਹੈ, ਤੇ ਗੱਲਬਾਤ ਕਰਦੀ ਹਾਂ ਜ਼ਰੂਰ ਇਹਦੇ ਬਾਰੇ ਜੀ। ਅਗਲਾ ਜੀ ਕਮੈਂਟ ਹੈਗਾ ਜੀ ਸੁਖਵਿੰਦਰ ਸਿੰਘ ਵੱਲੋਂ ਜੀ, ਭਾਜੀ ਇਕੋ ਦੇ ਕਾਰਗੋ ਇਸ ਵਾਰ ਪੈਸੇ ਨਹੀਂ ਆਏ ਜਨਵਰੀ ਦੇ, ਕੁਝ ਦੱਸੋ ਜੀ। 4 ਸਾਲ ਹੀ ਪੈਸੇ, 4 ਸਾਲ ਤੋਂ ਪੈਸੇ ਆ ਰਹੇ ਨੇ, ਇਸ ਵਾਰ ਨਹੀਂ ਹੈ ਜੀ। ਤੁਹਾਨੂੰ ਮਿਨੀਮਮ ਵਿਤਾਲ ਦੇ ਵਿੱਚ ਇਨਕਲੂਡ ਕਰਕੇ ਜਿਹੜੇ ਹੈ ਉਹ ਇਕੱਠੇ ਪੈਸੇ ਆਊਗੇ। ਰੈਂਤਾ ਗਰੰਟੀਸਾ ਦਾ, ਇਕੋ ਦੇ ਕਾਰਗੋ ਜਾਂ ਜਿਹੜਾ IMB ਜਿਹੜੀ ਹੈ, ਇਹ ਸਾਰਿਆਂ ਦੇ ਇਕੱਠੇ ਹੀ ਤੁਹਾਨੂੰ ਜਿਹੜੇ ਹੈਗੇ ਉਹ ਦੇਖ ਲਿਓ ਪੈਸੇ ਆਉਗੇ ਜਲਦੀ, ਵੇਟ ਕਰੋ ਥੋੜੀ ਜਲਦੀ ਆ ਜੂਗੀ। ਤੇ ਅਗਲੇ ਜੀ ਪੰਮਾ ਸਿੰਘ ਵੱਲੋਂ ਜੀ, ਸਤਿ ਸ੍ਰੀ ਅਕਾਲ ਭਾਜੀ, ਮੈਂ ਭੁਪਿੰਦਰਜੀਤ ਕੌਰ ਤੋਰੀ ਪਚੀਕੋ ਤੋਂ ਆ ਜੀ। ਤੇ ਭਾਜੀ ਇਹਨਾਂ ਨੇ ਸਾਰਿਆਂ ਨੂੰ ਦੱਸਿਆ ਕਿ ਜਿਹੜੇ ਬਗੈਰ ਪੇਪਰਾਂ ਤੋਂ ਸਪੇਨ ਦੇ ਵਿੱਚ ਰਹਿ ਰਹੇ ਹਨ, ਉਹਨਾਂ ਸਾਰਿਆਂ ਨੂੰ ਹੀ ਇਹਨਾਂ ਨੇ ਕਿਹਾ ਹੈ ਪਾਸਪੋਰਟ ਮਿਲਣੇ ਸ਼ੁਰੂ ਹੋ ਗਏ ਆ। 5 ਸਾਲ ਦਾ ਪਾਸਪੋਰਟ ਇਹਨਾਂ ਨੇ ਕਿਹਾ ਮਿਲਦਾ, ਬਗੈਰ ਪੇਪਰ ਵਾਲਿਆਂ ਨੂੰ 5 ਸਾਲ ਦਾ ਪਾਸਪੋਰਟ ਮਿਲਣ ਲੱਗ ਗਿਆ। ਤੇ ਜੇ ਸਾਰਿਆਂ ਨੂੰ ਪਾਸਪੋਰਟ ਜਿਹੜਾ ਬਗੈਰ ਪੇਪਰ ਮਿਲਣ ਲੱਗ ਪਿਆ, ਇਹ ਸਾਨੂੰ ਤੋਰੀ ਪਚੀਕੋ ਤੋਂ ਭੁਪਿੰਦਰ ਕੌਰ ਜੀ ਕਮੈਂਟ ਕਰਕੇ ਦੱਸ ਰਹੇ ਹਨ ਜੀ। ਸਿੰਘ ਸਰਦਾਰ ਵੱਲੋਂ ਜੀ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ, ਵੈਲਕਮ ਬੈਕ। ਇਹਨਾਂ ਨੇ ਕਿਹਾ ਜਦੋਂ ਤੁਸੀਂ ਠੀਕ, ਤੁਹਾਡੇ ਪਾਪਾ ਜੀ ਠੀਕ ਹੋਏ ਤੇ ਤੁਸੀਂ ਤੇ ਬੈਕ ਵੈਲਕਮ, ਖੁਸ਼ੀ ਖੁਸ਼ੀ ਜਿਹੜਾ ਹੈ ਤੁਸੀਂ ਵਾਪਸ ਆਓ। ਠੀਕ ਹੈ ਜੀ, ਥੈਂਕ ਯੂ ਜੀ। ਜਿੰਦਰ ਸਿੰਘ ਵੱਲੋਂ ਜੀ ਇਹਨਾਂ ਨੇ ਕਿਹਾ ਭਾਜੀ ਮੈਂ 23 ਜਨਵਰੀ ਵਿਕ ਜਾਣਾ, ਕੋਈ ਪ੍ਰੋਬਲਮ ਤਾਂ ਨਹੀਂ। ਦਿਨ ਵੇਲੇ ਜਾਓਗੇ ਤਾਂ ਕੋਈ ਪ੍ਰੋਬਲਮ ਨਹੀਂ ਭਾਜੀ, ਰਾਤ ਨੂੰ ਨਾ ਬਸ ਜਾਇਓ, ਤੇ ਸ਼ਨੀਵਾਰ ਐਤਵਾਰ ਨਾ ਜਾਇਓ, ਬਸ ਇਹਦਾ ਗੁਰੇਜ ਰੱਖਿਓ। ਤੇ ਅੱਗੇ ਜੀ ਆਪਾਂ ਕਮੈਂਟ ਕਰਦੇ ਹਾਂ ਜੀ ਜੈਂਟੀ ਧਾਲੀਵਾਲ ਵੱਲੋਂ, ਭਾਜੀ ਤੇਰਾ ਨੰਬਰ ਸੈਂਡ ਕਰ ਰਿਹਾ। ਹਾਂਜੀ ਜੀ, ਹੁਣ ਜਿੱਦਾਂ ਕਿ ਇੱਥੇ ਮੈਂ ਬੈਠਾ ਤਕਰੀਬਨ ਕੋਈ ਚਲੋ ਕੰਮ ਹੈ ਨਹੀਂਗਾ, ਹੁਣ ਤੁਸੀਂ ਜਿਹੜਾ ਹੈ ਨੰਬਰ ਨੋਟ ਕਰ ਲਓ 632799801, ਇਹ ਫੋਨ ਨੰਬਰ ਨੋਟ ਕਰ ਲਓ 632799801, ਇਹਦਾ WhatsApp ਤੇ ਹੈ। ਤੁਸੀਂ ਕੁਝ ਵੀ WhatsApp ਤੇ ਤੁਸੀਂ ਮੈਸੇਜ ਭੇਜ ਦਿਓ, ਅਸੀਂ ਤੁਹਾਨੂੰ ਜਵਾਬ ਦੇ ਦਿਆ ਕਰਾਂਗੇ। ਕਿਉਂਕਿ ਹੁਣ ਮੈਂ ਕਿਹੜਾ ਗੱਡੀ ਚਲਾਉਂਦੇ ਆ, ਹੁਣ ਤਕਰੀਬਨ ਵਿਹਲੇ ਹੀ ਹੁੰਨਾ। ਜਦੋਂ ਤੁਸੀਂ ਕਮੈਂਟ ਕਰੋਗੇ ਤੇ ਜਦੋਂ ਮੈਂ ਦੇਖ ਲੈਣਾ ਕਮੈਂਟ ਤੇ ਉਹਦੇ ਹਿਸਾਬ ਨਾਲ ਜਿਹੜਾ ਜਵਾਬ ਹੈ ਮੈਂ ਜਿਹੜਾ ਹੈ ਲੱਭ ਕੇ ਜਾਂ ਕਿੱਦਾਂ ਵੀ ਹੈਗਾ ਤੁਹਾਨੂੰ ਜ਼ਰੂਰ ਮੈਂ ਸੈਂਡ ਕਰ ਦਿਆ ਕਰੂੰਗਾ। ਤੇ ਫਿਕਰ ਨਾ ਕਰੋ, ਅਸੀਂ ਟੱਚ ਵਿੱਚ ਹੀ ਰਵਾਂਗੇ, ਕੋਈ ਗੱਲ ਨਹੀਂ ਜੀ। 632799801 ਦੇ ਉੱਤੇ ਤੁਸੀਂ ਜਿਹੜਾ ਹੈ ਮੈਸੇਜ ਕਰ ਲਿਆ ਕਰੋ ਜੀ। ਅੱਗੇ ਜੀ ਸੁਖਦੇਵ ਸਿੰਘ ਵੱਲੋਂ, ਭਾਜੀ ਸੁਰਜੀਤ ਭਾਜੀ ਹੁਣਾਂ ਦਾ ਨੰਬਰ ਦੇਣਾ ਜੀ, ਇਹ ਬੱਚਿਆਂ ਦੀ ਨੈਸ਼ਨਲਿਟੀ ਵਾਸਤੇ ਪਤਾ ਕਰਨਾ। ਠੀਕ ਹੈ ਜੀ, ਤੁਹਾਡੇ ਜੇ ਕਮੈਂਟ ਬਾਕਸ ਵਿੱਚ ਆਪਾਂ ਨੰਬਰ ਸੈਂਡ ਕਰ ਦਾਂਗੇ ਜੀ। ਅੱਗੇ ਜੀ ਆਪਾਂ ਕਮੈਂਟ ਪੜ੍ਹਦੇ ਹਾਂ ਜੀ ਮਨਜੋਤ ਸਿੰਘ ਵੱਲੋਂ ਜੀ, ਸਤਿ ਸ਼੍ਰੀ ਅਕਾਲ ਭਾਜੀ, ਮੇਰੇ ਕੋਲ ਲਾਰਗਾ ਦੁਰਾਸੀਆਂ ਰੈਜ਼ੀਡੈਂਸੀ ਹੈ, ਮੇਰੀ ਵਾਈਫ ਕੋਲ ਪੇਪਰ ਨਹੀਂ ਹੈਗੇ। ਪੇਪਰ ਲੈਣ ਲਈ ਅਰੈਗੋ ਜਿਹੜੀ ਹੈ ਲੈਣੀ ਪਏਗੀ, ਮੇਰਾ ਕੰਤਰਾਤੋਂ ਨਾਲ ਪੇਪਰ ਬਣ ਸਕਦੇ ਆ, ਪਲੀਜ਼ ਦੱਸਣਾ ਜੀ। ਕੋਈ ਹੋਰ ਰੀਜ਼ਨ ਹੈ ਉਹ ਵੀ ਜ਼ਰੂਰ ਦੱਸਣਾ। ਕੋਈ ਰੀਜ਼ਨ ਨਹੀਂ ਜੀ, ਰੈਗੂਪਾਸੀਓਨ ਦੇ ਫੈਮਿਲਰ ਦੀ ਅਰੈਗੋ ਤੁਸੀਂ ਜਿਹੜੀ ਹੈਗੀ ਤੁਹਾਨੂੰ ਮਿਲੇਗੀ, ਤੇ ਤੁਹਾਡਾ ਕੰਤਰਾਤੋਂ ਲਾ ਕੇ ਹੀ ਤੁਹਾਡੀ ਵਾਈਫ ਦੇ ਪੇਪਰ ਬਣ ਜਾਣਗੇ। ਤੁਹਾਡਾ ਜਿਹੜਾ ਹੈਗਾ ਮੈਰਿਜ ਸਰਟੀਫਿਕੇਟ ਜਿਹੜਾ ਨਾਲ ਜ਼ਰੂਰੀ ਚਾਹੀਦਾ ਹੈ ਜੀ, ਤੇ ਤੁਹਾਡੇ ਪੇਪਰ ਬਣ ਜਾਣਗੇ, ਕੋਈ ਫਿਕਰ ਕਰਨ ਦੀ ਲੋੜ ਨਹੀਂ ਜੀ, ਤੁਹਾਡਾ ਹੀ ਕੰਤਰਾਤੋਂ ਲੱਗੇਗਾ। ਤੇ ਅੱਗੇ ਬਹੁਤ ਸਾਰਿਆਂ ਦੋਸਤਾਂ ਨੇ ਗੁੱਡ ਜੋਬ, ਸਤਿ ਸ੍ਰੀ ਅਕਾਲ ਸਾਰਿਆਂ ਨੇ ਭੇਜੀ ਹੈ, ਤੇ ਸਾਰਿਆਂ ਨੂੰ ਹੀ ਜਿਹੜਾ ਹੈ ਉਹ ਸਤਿ ਸ੍ਰੀ ਅਕਾਲ ਹੈ ਜੀ। ਤੇ ਅੱਗੇ ਜੋਤ ਸਿੰਘ ਵੱਲੋਂ ਜੀ, ਉਹਨਾਂ ਨੇ ਕਿ ਸਤਿ ਸ੍ਰੀ ਅਕਾਲ ਭਾਜੀ, ਨਿਊ ਬੋਰਨ ਬੇਬੀ ਹੋਇਆ ਸਪੇਨ ਦੇ ਵਿੱਚ, ਉਸ ਦੇ ਬਿਹਾਵ ਤੇ ਜਿਹੜਾ ਇਹਨਾਂ ਨੇ ਕਿਹਾ ਮਾਤਾ ਪਿਤਾ ਨੂੰ ਪੇਪਰ ਮਿਲ ਸਕਦੇ ਆ, ਉਹਨਾਂ ਦੇ ਬਿਹਾਵ ਤੇ ਜਿਹੜਾ ਮਾਤਾ ਪਿਤਾ ਨੂੰ ਪੇਪਰ ਸਪੇਨ ਦੇ ਵਿੱਚ ਨਹੀਂ ਮਿਲ ਸਕਦੇ। ਜਿਹੜਾ ਕਾਨੂੰਨ ਬਣਨਾ ਸੀ ਉਹ ਪਤਾ ਨਹੀਂ ਕਿਹੜੇ ਖੂਹ ਖਾਤੇ 'ਚ ਪਾਤਾ ਇਹਨਾਂ ਨੇ, ਕਿਸੇ ਨੂੰ ਵੀ ਕੁਝ ਨਹੀਂ ਪਤਾ। ਪਰ ਜਿਹੜਾ ਇਸ ਟਾਈਮ ਕਾਨੂੰਨ ਜਿਹੜਾ ਪਹਿਲਾਂ ਤੋਂ ਚੱਲਦਾ, ਉਹਦੇ ਵਿੱਚ ਇੱਕ ਜਾਣੇ ਕੋ ਤੁਹਾਡੇ ਕੋ ਮਾਂ ਕੋ ਜਾਂ ਪਿਓ ਕੋ ਪੇਪਰ ਹੋਣੇ ਚਾਹੀਦੇ ਆ, ਤੇ ਬੱਚੇ ਦੇ ਪੇਪਰ ਜਿਹੜੇ ਆ ਉਹ ਬਣ ਸਕਦੇ ਹਨ ਜੀ। ਰਾਜਨਦੀਪ ਸਿੰਘ ਵੱਲੋਂ ਨੇ, ਸਤਿ ਸ਼੍ਰੀ ਅਕਾਲ ਵੀਰ ਜੀ, ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਤੁਹਾਡੇ ਬਜ਼ੁਰਗਾਂ ਦੀ ਤੰਦਰੁਸਤੀ ਬਖਸ਼ਣ ਅਤੇ ਹਸਤੀ ਖੇਡਦੀ ਵਾਪਸ ਆਓ ਜੀ। ਵਾਹਿਗੁਰੂ ਖਾਲਸਾ ਵੀ ਫਤਿਹ, ਵਾਹਿਗੁਰੂ ਖਾਲਸਾ ਵੀ ਫਤਿਹ ਜੀ। ਸੁਖਜੀਤ ਸਿੰਘ ਵੱਲੋਂ ਅਗਲਾ ਕਮੈਂਟ ਹੈ ਜੀ, ਹੈਲੋ ਭਾਜੀ,
ਸਤਿ ਸ੍ਰੀ ਅਕਾਲ। ਵਾਹਿਗੁਰੂ ਮਿਹਰ ਕਰਨ ਜੀ ਤੁਹਾਡੇ ਤੇ ਸਾਰਿਆਂ ਦੇ ਪਰਿਵਾਰ ਤੇ। ਇਹਨਾਂ ਨੇ ਕਿਹਾ ਕਿ ਮੈਂ ਜਿਹੜਾ ਹੈਗਾ 344 ਨੰਬਰ ਕਈ ਆਰਗੋ ਤੇ ਗਿਆ ਹੈ ਤੇ ਤਰਖੇਤਾ ਸੋਲੀਦਾਰੀਓ ਪੁੱਛਣ ਗਿਆ ਸੀ। ਉਹਨਾਂ ਨੇ ਕਿਹਾ ਹਜੇ ਤੱਕ ਇਸ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ। ਜੇਕਰ ਕੋਈ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਤੇ ਘਰਾਂ ਦੇ ਵਿੱਚ ਤਰਖੇਤਾ ਸੋਲੀਦਾਰੀਓ ਇਹਨਾਂ ਨੇ ਜਿਹੜਾ ਹੈ ਤਰਖੇਤਾ ਅਸੂਲ ਜਿਹੜਾ ਹੈਗਾ ਕਈਆਂ ਦੇ ਭੇਜ ਵੀ ਦਿੱਤਾ ਹੈ ਤੇ ਕਈਆਂ ਨੂੰ ਕਿਹੜਾ ਇਨਫੋਰਮੇਸ਼ਨ ਵੀ ਹਜੇ ਜਿਹੜੀ ਆ ਉਹ ਨਹੀਂ ਦੇ ਰਹੇ ਜੀ। ਇਹਨਾਂ ਨੇ ਕਿਹਾ 5 ਮਾਰਚ ਨੂੰ ਜਿਹੜੀ ਹੈ ਇਹਨਾਂ ਦੀ ਰੈਜ਼ੀਡੈਂਸੀ ਖਤਮ ਹੋ ਰਹੀ ਹੈ ਤੇ 10 ਫਰਵਰੀ ਨੂੰ ਇਹਨਾਂ ਸੀਤਾ ਮਿਲਿਆ। ਤੁਹਾਨੂੰ ਦੱਸ ਦਈਏ ਕਿ ਸਾਡੇ ਮਿੱਤਰ ਜਿਹੜੇ ਸੀਗੇ ਉਹ ਇੱਕ ਵਾਰ ਗਏ ਸੀਗੇ ਤੇ ਉਹਨਾਂ ਨੇ ਫਿੰਗਰ ਲੈ ਲਏ ਸੀ। ਉਹਨਾਂ ਦੀ ਰੈਜ਼ੀਡੈਂਸੀ ਅਜੇ ਖਤਮ ਨਹੀਂ ਹੋਈ ਸੀ ਪਰ ਫਿੰਗਰ ਉਹਨਾਂ ਦੇ ਲੈ ਲਏ ਸੀ। ਉਮੀਦ ਹੈ ਕਿ ਤੁਹਾਡੇ ਵੀ ਫਿੰਗਰ ਜਿਹੜੇ ਹੈ ਉਹ ਲੈ ਲੈਣਗੇ ਕਿਉਂਕਿ ਬਹੁਤ ਹੀ ਥੋੜਾ ਵਕਫਾ ਤੁਹਾਡੀ ਜਿਹੜੀ ਰੈਜ਼ੀਡੈਂਸੀ ਵੀ ਖਤਮ ਹੋਣ ਨੂੰ ਤੇ ਤੁਹਾਡੇ ਵੀ ਫਿੰਗਰ ਉਹ ਜ਼ਰੂਰ ਲੈ ਲੈਣਗੇ ਜੀ। ਅੱਗੇ ਜੀ ਪ੍ਰੀਤ ਹਰ ਵੱਲੋਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਇਹਨਾਂ ਨੇ ਕਿਹਾ ਵੀਰ ਜੀ ਇੰਡੀਆ ਜਾਣ ਲਈ ਕਰੋਨਾ ਟਾਈਮ ਦੌਰਾਨ ਆਪ ਜੀ ਸਾਰਾ ਹਾਲ ਦੱਸਿਓ ਜੀ। ਕਿੰਨੀ ਟਿਕਟ ਲੱਗੀ, ਫਲਾਈਟ ਦਿੱਲੀ ਦੀ ਜਾਂ ਅੰਮ੍ਰਿਤਸਰ ਦੀ ਹੈ, ਕਿਰਪਾ ਕਰਕੇ ਸਾਰੀ ਜਾਣਕਾਰੀ ਦੱਸਿਓ ਜੀ। ਤੁਹਾਡੀ ਜਾਣਕਾਰੀ ਦੇਣ ਤੋਂ ਪਹਿਲਾਂ ਅਗਲਾ ਕਮੈਂਟ ਮੈਂ ਪੜ੍ਹ ਲੈਣਾ, ਆਖਰੀ ਹੈ ਤੇ ਫਿਰ ਤੁਹਾਨੂੰ ਜਾਣਕਾਰੀ ਦੇ ਦਿੰਦਾ ਜੀ। ABC BSA ਵੱਲੋਂ ਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਮਨੀਗ੍ਰਾਮ ਵਿੱਚ ਪੈਸੇ 200 ਯੂਰੋ ਇਹਨਾਂ ਨੇ ਪਾਏ ਸੀ ਪਰ ਇੰਡੀਆ ਵਿੱਚ ਮਨੀਗ੍ਰਾਮ ਵਾਲੇ ਕਹਿੰਦੇ ਪੈਸੇ ਨਹੀਂ ਆਏ ਬਟ ਇੱਥੇ ਵਾਲੇ ਕਹਿੰਦੇ ਆ ਪਗਾਦੋ ਹੋ ਗਈ ਹੈ, ਹੁਣ ਕੀ ਕੀਤਾ ਜਾ ਸਕਦਾ ਹੈ। ਤੇ ਭਾਜੀ ਤੁਸੀਂ ਜਿਹੜਾ ਹੈਗਾ ਇਹ ਜਿਹੜਾ ਇਹਨਾਂ ਦਾ ਮੋਨੀਗ੍ਰਾਮ ਦਾ ਜਿਹੜਾ ਆਫਿਸ ਹੈਗਾ, ਜਿਹੜਾ ਹੈੱਡ ਆਫਿਸ ਹੈ, ਉਹਦਾ ਨੰਬਰ ਕੱਢੋ ਗੂਗਲ ਤੇ, ਉਹਨਾਂ ਨੂੰ ਸ਼ਿਕਾਇਤ ਲਾਓ ਇਹ ਗੱਲ ਦੀ ਵੀ ਆਹ ਜਿਹੜਾ ਹੈਗਾ ਬੰਦੇ ਨੂੰ ਆਪਾਂ ਪੈਸੇ ਪਾਏ ਪਰ ਇਹ ਸਾਨੂੰ ਉੱਥੇ ਮਿਲੇ ਨਹੀਂ ਤੇ ਉਹ ਕਹਿੰਦੇ ਲੈ ਲਏ ਆ। ਪਰ ਇਹ ਵੀ ਦੇਖੋ ਜਦੋਂ ਅਸੀਂ ਪੈਸੇ ਪਾਉਂਦੇ ਆ, ਜਦੋਂ ਸਾਨੂੰ ਨੰਬਰ ਉਹ ਦਿੰਦੇ ਆ ਵੀ ਆਹ ਤੁਹਾਡਾ ਕੋਡ ਨੰਬਰ ਹੈ, ਆਹ ਨਾਮ ਤੋਂ ਮਿਲਨੇ ਆ, ਕੋਈ ਲਾਗੇ ਤੇ ਨਹੀਂ ਖੜਾ ਸੀ ਜਿਸ ਨੇ ਕੈਚ ਕਰ ਲਿਆ ਹੋਵੇ ਤੁਹਾਡਾ ਨੰਬਰ ਤੇ ਉਸਨੇ ਪਹਿਲਾਂ ਹੀ ਤੁਹਾਡੇ ਪੈਸੇ ਕੈਸ਼ ਕਰਾ ਲਏ ਹੋਣ। ਇਹ ਵੀ ਬੜੀ ਵੱਡੀ ਗੱਲ ਹੋ ਜਾਂਦੀ ਹੈ ਜੇ ਇਦਾਂ ਦੀ ਨਹੀਂ ਗੱਲ ਹੀ ਤੇ ਮਨੀਗ੍ਰਾਮ ਉੱਥੇ ਦਫ਼ਤਰ ਜਾ ਕੇ ਉੱਥੇ ਤੇ ਇਹ ਤਾਂ ਜਿਹੜਾ ਹੈਗਾ ਇਹ ਦੱਸੋ ਕਿ ਇਹਨੇ ਮੇਰੇ ਨਾਲ ਫਰਾਡ ਕੀਤਾ ਵੀ ਉੱਥੇ ਪੈਸੇ ਆਏ ਨਹੀਂ ਤੇ ਤੁਹਾਡੇ ਕੋਲ ਪਰਚੀ ਹੈਗੀ, ਉਹ ਦੱਸ ਦੇਣਗੇ ਕਿ ਤੁਹਾਡੇ ਪੈਸੇ ਮਿਲ ਗਏ ਕਿ ਨਹੀਂ ਮਿਲ ਗਏ। ਉਹ ਜਿਹੜੇ ਹੈਗੇ ਤੁਹਾਨੂੰ ਦੱਸ ਦੂਗੇ। ਦਫ਼ਤਰ ਦੇ ਨਾਲ ਤੁਸੀਂ ਹੈੱਡ ਆਫਿਸ ਨਾਲ ਸੰਪਰਕ ਕਰੋ, ਇੰਟਰਨੈਟ 'ਚੋਂ ਕੱਢ ਲਓ ਜੀ ਮਨੀਗ੍ਰਾਮ ਦਾ ਇੰਟਰਨੈਸ਼ਨਲ ਤੇ ਉਹ ਜਿਹੜਾ ਇੱਥੇ ਸਪੇਨ ਦਾ ਹੋਏਗਾ ਉਹਨਾਂ ਸੰਪਰਕ ਕਰੋ ਜੀ, ਉਹ ਤੁਹਾਡੀ ਜ਼ਰੂਰ ਮਦਦ ਕਰੋਗੇ। ਤੇ ਅੱਗੇ ਪ੍ਰੀਤ ਹਰ ਦਾ ਹੀ ਕਮੈਂਟ ਜਿਹੜਾ ਹੈਗਾ ਉਹ ਦੱਸ ਦਿੰਦੇ ਆ ਜੀ। ਸਭ ਤੋਂ ਪਹਿਲਾਂ ਜਦੋਂ ਇੰਡੀਆ ਆਉਣ ਲੱਗੇ ਤੁਹਾਨੂੰ ਕਿ ਇਹ 72 ਘੰਟੇ ਪਹਿਲਾਂ ਤੁਸੀਂ ਇਹ ਕਰੋਨਾ ਟੈਸਟ ਕਰਾਉਣਾ ਹੁੰਦਾ, ਉਹਦੀ ਪੋਜ਼ਿਟਿਵ ਰਿਪੋਰਟ ਜਿਹੜੀ ਹੈ ਦੂਸਰੇ ਦਿਨ ਮਿਲਦੀ ਹੈ ਜਾ ਕੇ। ਤੇ ਖਿਆਲ ਰੱਖੋ ਕਦੀ ਵੀ ਜਦੋਂ ਤੁਸੀਂ ਪੋਜ਼ਿਟਿਵ ਰਿਪੋਰਟ ਨੈਗੇਟਿਵ ਜਦੋਂ ਰਿਪੋਰਟ ਆ ਜਾਂਦੀ ਹੈ, ਉਹ ਜਿਹੜੀ ਰਿਪੋਰਟ ਹੈ ਜਿਹੜੀ ਤੁਹਾਡੀ ਨੈਗੇਟਿਵ ਕਰੋਨਾ ਵਾਇਰਸ ਦੀ, ਉਸ ਰਿਪੋਰਟ ਦੇ ਉੱਤੇ ਜਦੋਂ ਤੁਸੀਂ ਰਿਪੋਰਟ ਲੈਣੀ ਹੈ, ਜਦੋਂ ਤੁਸੀਂ ਟੈਸਟ ਕਰਾਉਣਾ ਸਭ ਤੋਂ ਪਹਿਲਾਂ ਉਹਨਾਂ ਨੂੰ ਕਹਿਣਾ ਮੈਂ ਇੰਗਲਿਸ਼ ਦੇ ਵਿੱਚ ਲੈਣਾ। ਇਹ ਜ਼ਰੂਰ ਖਿਆਲ ਰੱਖਿਓ ਇੰਗਲਿਸ਼ ਦੇ ਵਿੱਚ ਲੈਣਾ। ਜੇ ਤੁਸੀਂ ਸਪੈਨਿਸ਼ 'ਚ ਲੈ ਲਓਗੇ ਤੇ ਬਾਹਰ ਸਪੇਨ ਤੋਂ ਜਦੋਂ ਉੜ ਜਾਓਗੇ ਤਾਂ ਸਪੈਨਿਸ਼ ਵਾਲੇ ਅੱਗੇ ਕਿਸੇ ਨੂੰ ਸਮਝ ਨਹੀਂ ਆਉਂਦੀ ਤੁਹਾਡੀ ਰਿਪੋਰਟ ਦੀ, ਇਸ ਕਰਕੇ ਉਹਨੂੰ ਇੰਗਲਿਸ਼ ਦੇ ਵਿੱਚ ਲੈਣਾ। ਪਹਿਲੀ ਗੱਲ ਦਾ ਇਹ ਖਿਆਲ ਰੱਖਣਾ। ਦੂਜੀ ਗੱਲ ਦਾ ਇਹ ਖਿਆਲ ਰੱਖਣਾ ਕਿ ਜਦੋਂ ਤੁਸੀਂ ਜਿਹੜਾ ਹੈਗਾ ਆਪਣਾ ਟੈਸਟ ਦਿੱਤਾ, ਕਈ ਵਾਰੀ ਉਸੇ ਦਿਨ ਹੀ ਜਿਹੜੀ ਹੈ ਉਹ ਰਿਪੋਰਟ ਤੁਹਾਨੂੰ ਭੇਜ ਦਿੰਦੇ। ਤੁਸੀਂ ਉਹਨਾਂ ਨੂੰ ਕਹਿਣਾ ਕਿ ਸਾਨੂੰ ਅਗਲੇ ਦਿਨ ਜਿਹੜੀ ਰਿਪੋਰਟ ਭੇਜਣ। ਜੇਕਰ ਉਸੇ ਦਿਨ ਤੁਹਾਡੀ ਰਿਪੋਰਟ ਭੇਜ ਦੇਣਗੇ ਤੇ ਜਿਹੜਾ ਹੈ ਦਿੱਲੀ ਤੱਕ ਆਉਂਦੇ ਕਈ ਵਾਰ 72 ਘੰਟੇ ਤੋਂ ਜ਼ਿਆਦਾ ਹੋ ਜਾਂਦੇ ਆ ਤੇ ਉਹ ਫਿਰ ਥੋੜੀ ਪ੍ਰੋਬਲਮ ਜਿਹੜੀ ਹੈ ਕ੍ਰੀਏਟ ਹੋ ਜਾਂਦੀ ਹੈ। ਪਰ ਐਡੀ ਵੱਡੀ ਪ੍ਰੋਬਲਮ ਨਹੀਂ ਹੁੰਦੀ, ਉਹਨਾਂ ਨੂੰ ਪਤਾ ਹੁੰਦਾ ਕਿ ਉਸੇ ਦਿਨ ਆ ਗਿਆ। ਪਰ ਜਿਹੜਾ ਹੈ ਜਿਹੜੀ ਰਿਪੋਰਟ ਹੈ ਦੂਸਰੇ ਦਿਨ ਲਿਓ, ਉਹਦੇ ਉੱਤੇ ਡੇਟ ਪਾਈ ਹੁੰਦੀ ਰਿਪੋਰਟ ਦੇ। ਤੇ ਤੀਜੀ ਗੱਲ ਜਦੋਂ ਜਿਹੜੀ ਹੈ ਦਿੱਲੀ ਨੂੰ ਜਿਹੜੀਆਂ ਹੈ ਫਲਾਈਟਾਂ ਹੁੰਦੀਆਂ ਤੇ ਜਿਹੜੀਆਂ ਹੈ ਅੰਮ੍ਰਿਤਸਰ ਨੂੰ ਜਿਹੜੀ ਫਲਾਈਟ ਹੈ ਉਹਦੇ ਵਿੱਚ ਤੁਹਾਡਾ ਭਾਰ ਦੇ ਪੈਸੇ ਅਲੱਗ ਲੱਗਦੇ ਆ। ਅੰਮ੍ਰਿਤਸਰ ਦੀ ਫਲਾਈਟ ਜਿਹੜੀ ਹੈ ਉਹ ਨਹੀਂ ਹੈ ਡਾਇਰੈਕਟ, ਤੁਹਾਨੂੰ ਦਿੱਲੀ ਤੋਂ ਹੀ ਅੰਮ੍ਰਿਤਸਰ ਦੀ ਫਲਾਈਟ ਦੁਬਾਰਾ ਲੈਣੀ ਪੈਣੀ ਹੈ ਤੇ ਉਹਦੇ ਜਿਹੜੇ ਪੈਸੇ ਹੈ ਅਲੱਗ ਲੱਗਣੇ। ਮੈਂ ਤਾਂ ਦਿੱਲੀ ਹੀ ਉਤਰਿਆ ਸੀਗਾ ਜੀ। ਫਿਰ ਚੌਥੀ ਗੱਲ, ਜਦੋਂ ਤੁਸੀਂ ਕੋਈ ਵੀ ਟਿਕਟ ਲੈਣੀ ਹੈ, ਆਪਣੀ ਨੈਗੇਟਿਵ ਜਿਹੜੀ ਰਿਪੋਰਟ ਹੈ ਤੇ ਆਪਣੇ ਪਾਸਪੋਰਟ ਦੀ ਕਾਪੀ ਜਿਹੜੀ ਏਜੰਟ ਨੂੰ ਜਿਹੜੀ ਭੇਜਣਾ ਭੁੱਲਿਓ ਨਾ। ਜਿਹੜੀ ਹੈ ਜਿਹੜੇ ਟਿਕਟ ਏਜੰਟ ਹੈ ਉਹਨੂੰ ਆਪਣੀ ਪਾਸਪੋਰਟ ਦੀ ਕਾਪੀ ਤੇ ਨੈਗੇਟਿਵ ਰਿਪੋਰਟ ਭੇਜੋ। ਉਸ ਤੋਂ ਬਾਅਦ ਉਹ ਜਿਹੜਾ ਹੈਗਾ ਤੁਹਾਡਾ ਇੱਕ ਫਾਰਮ ਭਰੇਗਾ ਜੋ ਕਿ ਇੰਡੀਆ ਦੀ ਰਿਕੁਆਇਰਮੈਂਟ ਹੈ ਜੀ। ਉਹਦੇ ਵਿੱਚ ਤੁਹਾਨੂੰ 3 ਫਾਰਮ ਟੋਟਲ ਜਿਹੜੇ ਹੈਗੇ ਆ ਉਹ ਤੁਹਾਨੂੰ ਉਹ ਦੇਵੇਗਾ ਤੇ ਜਿਹੜੇ ਤੁਸੀਂ ਆਪਣੇ ਪ੍ਰਿੰਟ ਆਊਟ ਕਢਾ ਕੇ ਆਪਣੇ ਨਾਲ ਰੱਖਣੇ। 3 ਫਾਰਮ ਜਿਹੜੇ ਇੰਡੀਆ ਆਨਲਾਈਨ ਭਰੇ ਜਾਂਦੇ ਆ। 2 ਫਾਰਮ ਹੈ ਇਹ ਤੇ ਇੱਕ ਫਾਰਮ 2 ਪੇਜ ਦਾ ਤੇ ਇੱਕ ਫਾਰਮ ਜਿਹੜਾ ਹੈ 1 ਪੇਜ ਦਾ। ਟੋਟਲ 2 ਫਾਰਮ ਹੈ ਜਿਹੜੇ ਭਰੇ ਜਾਂਦੇ ਆ ਤੇ 3 ਪੇਜਾਂ ਦੇ ਬਣ ਜਾਂਦੇ ਆ।
ਤੇ ਅਗਲਾ ਜਿਹੜਾ ਹੈਗਾ, ਤੁਸੀਂ ਕਰੋਨਾ ਵਾਇਰਸ ਦੀ ਜਿਹੜੀ ਰਿਪੋਰਟ ਹੈ ਉਹਨੂੰ ਵੀ ਜਿਹੜਾ ਪ੍ਰਿੰਟ ਆਊਟ ਜਿਹੜਾ ਹੈ ਕੱਢ ਲਿਓ। ਉੱਦਾਂ ਤਾਂ ਈਮੇਲ 'ਚ ਵੀ ਤੁਹਾਡੇ ਮੌਜੂਦ ਹੁੰਦੀ, ਪਰ ਉਹਦਾ ਵੀ ਪ੍ਰਿੰਟ ਆਊਟ ਤੁਸੀਂ ਲੈ ਲਿਓ। ਫਿਰ ਜਦੋਂ ਤੁਸੀਂ ਇੱਥੇ ਬਾਰਸਲੋਨਾ 에ਅਰਪੋਰਟ ਜਾਂ ਕਿਸੇ ਵੀ 에ਅਰਪੋਰਟ ਤੇ ਹੁੰਦੇ ਹੋ, ਉਹ ਤੁਹਾਡੇ ਆਨਲਾਈਨ ਜਿਹੜੇ ਫਾਰਮ ਭਰੇ ਹੁੰਦੇ ਆ ਉਹ ਚੈੱਕ ਕਰਦੇ ਆ ਵੀ ਤੁਸੀਂ ਵਾਕਿਆ ਹੀ ਉਹ ਭਰੇ ਕਿ ਨਹੀਂ ਭਰੇ। ਜੇਕਰ ਨਹੀਂ ਭਰੇ ਤਾਂ ਤੁਹਾਡੀ ਫਲਾਈਟ ਜਿਹੜੀ ਹੈ ਉਹ ਕੈਂਸਲ ਵੀ ਹੋ ਸਕਦੀ ਹੈ ਜੀ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਉੱਥੋਂ ਚੱਲ ਜਾਂਦੇ ਹੋ, ਜਦੋਂ ਤੁਸੀਂ ਦਿੱਲੀ ਉਤਰਦੇ ਆ, ਦਿੱਲੀ ਜਹਾਜ਼ ਦੇ ਵਿੱਚ ਹੀ ਤੁਹਾਨੂੰ ਜਿਹੜੇ ਹੈਗੇ ਆ ਉਹ ਪੇਪਰ ਦਿੰਦੇ ਆ ਕਿ ਇਹ ਜਿਹੜਾ ਹੈਗਾ ਪੇਪਰ ਤੁਸੀਂ ਸਬਮਿਟ ਕਰ ਲਓ। ਜਾਂ ਜਹਾਜ਼ ਚੜ੍ਹਨ ਤੋਂ ਪਹਿਲਾਂ ਵੀ ਤੁਹਾਨੂੰ ਇੱਕ ਫਾਰਮ ਦਿੰਦੇ ਆ ਵੀ ਇੱਥੋਂ ਆਨਲਾਈਨ ਤੁਸੀਂ ਫਾਰਮ ਭਰੋ, ਪਰ ਉਹ ਤੁਸੀਂ ਫਾਰਮ ਭਰਨ ਦੀ ਤੁਹਾਨੂੰ ਲੋੜ ਨਹੀਂ। ਤੁਹਾਡਾ ਪਹਿਲਾਂ ਹੀ ਫਾਰਮ ਜਿਹੜਾ ਹੈ ਉਹ ਭਰਿਆ ਹੁੰਦਾ, ਤੁਸੀਂ ਆਰਾਮ ਨਾਲ ਬੇਝਿਜਕ ਜਿਹੜਾ ਹੈ ਚੜ੍ਹ ਸਕਦੇ। 에ਅਰਲਾਈਨ ਦੇ ਵਿੱਚ ਜਿਹੜਾ ਫਾਰਮ ਦਿੰਦੇ ਉਹ ਵੀ ਤੁਹਾਨੂੰ ਭਰਨ ਦੀ ਲੋੜ ਨਹੀਂ, ਉਹ ਵੀ ਤੁਹਾਡਾ ਪਹਿਲਾਂ ਹੀ ਭਰਿਆ ਹੁੰਦਾ। ਉਸ ਤੋਂ ਬਾਅਦ ਜਦੋਂ ਤੁਸੀਂ ਦਿੱਲੀ ਉਤਰਦੇ ਹੋ, ਦਿੱਲੀ ਉਤਰਦੇ ਸਾਰ ਹੀ ਉਹ ਜਿਹੜਾ ਹੈਗਾ ਤੁਹਾਡੇ ਕੋਲ ਉਹੋ ਹੀ ਪੇਪਰ ਚੈੱਕ ਕਰਦੇ ਆ ਜਿਹੜੇ ਅਸੀਂ ਪਹਿਲਾਂ ਭਰੇ ਹੁੰਦੇ ਆ। ਉਸ ਤੋਂ ਬਾਅਦ ਉਹ ਇੱਕ ਹੋਰ ਪੇਪਰ ਦਿੰਦੇ ਆ ਤੇ ਉਹਦੇ ਉੱਤੇ ਜਿਹੜਾ ਤੁਸੀਂ ਉਹ ਭਰ ਕੇ ਨਾਲ ਤੁਸੀਂ ਕਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਜਿਹੜੀ ਹੈ, ਜਿਹੜੀ ਕਿ ਤੁਸੀਂ ਪੇਪਰ ਕਢਾਇਆ ਜਾਂ ਈਮੇਲ ਤੇ ਤੁਸੀਂ ਦਿਖਾਉਣੀ ਹੈ, ਉਹ ਦਿਖਾ ਕੇ ਹੀ ਤੁਹਾਨੂੰ ਜਿਹੜਾ ਹੈ ਆਊਟ ਕੀਤਾ ਜਾਵੇਗਾ। ਜਦੋਂ ਤੁਸੀਂ ਆਊਟ ਹੋ ਜਾਂਦੇ ਹੋ, ਆਪਣਾ ਸਮਾਨ ਚੱਕ ਕੇ ਆਪਣੀ ਰੇਹੜੀ ਤੇ ਬਾਹਰ ਰੱਖਦੇ ਹੋ ਤੇ ਬਾਹਰ ਨਿਕਲਦੇ ਸਾਰ ਹੀ ਇੱਕ ਹੋਰ ਪੇਪਰ ਉੱਥੇ ਭਰਾਇਆ ਜਾਂਦਾ, ਜਿਸ ਉੱਤੇ ਤੁਹਾਡੇ ਘਰ ਦਾ ਐਡਰੈਸ, ਤੁਹਾਡੀ ਟਿਕਟ ਨੰਬਰ ਤੇ ਇੱਕ ਇੰਡੀਆ ਦਾ ਫੋਨ ਨੰਬਰ ਲਿਖਿਆ ਜਾਂਦਾ ਤੇ ਉਹਦੇ ਉੱਤੇ ਬੋਰਡਿੰਗ ਪਾਸ ਦੇ ਉੱਤੇ ਸਟੈਂਪ ਜਿਹੜੀ ਲਗਾ ਕੇ ਤੁਹਾਨੂੰ ਦਿੱਤੀ ਜਾਂਦੀ ਹੈ ਤੇ ਉਹ ਕਨਫਰਮ ਕੀਤਾ ਜਾਂਦਾ ਕਿ ਇਹ ਨੰਬਰ ਤੁਹਾਡਾ ਸਹੀ ਹੈ ਜਾਂ ਨਹੀਂ, ਐਡਰੈਸ ਤੁਹਾਡਾ ਕਿਸ ਤਰ੍ਹਾਂ। ਹਮੇਸ਼ਾ ਉਹ ਐਡਰੈਸ ਭਰੋ ਜੋ ਤੁਹਾਡੇ ਪਾਸਪੋਰਟ ਦੇ ਉੱਤੇ ਹੈਗਾ, ਉਹ ਐਡਰੈਸ ਭਰਨਾ ਮਿਲਾ ਕੇ ਦੇਖ ਲੈਂਦੇ ਆ। ਬਸ ਇਹ ਕੁਛ ਕਾਰਵਾਈ ਕਰਦੇ ਕਰਦੇ ਹੈ 1.5 ਘੰਟਾ ਜਿਹੜਾ ਹੈਗਾ ਦਿੱਲੀ ਦੇ 에ਅਰਪੋਰਟ ਤੇ ਸਮਾਨ ਲੈਣ ਤੋਂ ਬਾਅਦ ਵੀ ਜਿਹੜਾ ਲੱਗ ਜਾਂਦਾ, ਕਿਉਂਕਿ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਤੇ ਫਿਰ ਇਸ ਕਰਕੇ ਥੋੜਾ ਜਿਹਾ ਲੇਟ ਹੋ ਜਾਂਦਾ। ਤੇ ਇਹੀ ਸਾਰੀ ਜਿਹੜੀ ਹੈ ਕਾਰਵਾਈ ਜਿਹੜੀ ਹੈ ਉਹ ਬਾਰਸਲੋਨਾ ਤੋਂ ਦਿੱਲੀ ਆਉਂਦੇ ਆਉਂਦੇ ਜਿਹੜੀ ਹੁੰਦੀ ਹੈ ਜੀ। ਤੇ ਬੇਝਿਜਕ ਆਓ, ਕੋਈ ਗੱਲ ਨਹੀਂ, ਪਰ ਇੱਥੇ ਜਿਹੜਾ ਹੈ ਕਿਸੇ ਨੇ ਵੀ ਮਾਸਕ ਨਹੀਂ ਲਾਇਆ। ਇੱਥੇ ਤਾਂ ਇੰਡੀਆ ਇੱਦਾਂ ਲੱਗਦਾ ਜਿੱਦਾਂ ਕਰੋਨਾ ਇੱਥੇ ਲੱਗ ਗਈ ਹੁੰਦੀ ਵੀ ਨਹੀਂ ਲੰਘਿਆ। ਸਾਰੇ ਭੀੜ ਭੜੱਕਾ ਵਾ, ਕੋਈ ਡਿਸਟੈਂਸ ਨਹੀਂ ਹੈਗਾ, ਕੋਈ ਮਾਸਕ ਨਹੀਂ ਹੈਗਾ ਤੇ ਕੋਈ ਵੀ ਇਦਾਂ ਦੀ ਕੋਈ ਰੂਲਸ ਨਹੀਂ ਹੈਗੇ। ਤੇ ਇੱਥੇ ਤਾਂ ਇਦਾਂ ਲੱਗਦਾ ਜਿੱਦਾਂ ਕਦੀ ਹੋਇਆ ਹੀ ਨਹੀਂ। ਇੱਥੇ ਸਾਰੀ ਦੁਨੀਆ ਦੇ ਵਿੱਚ ਮੈਂ ਇਕੱਲਾ ਮਾਸਕ ਲਾ ਕੇ ਤੁਰਿਆ ਫਿਰਦਾ ਰਹਿਣਾ ਤੇ ਕਿਸੇ ਨੇ ਵੀ ਕੋਈ ਮਾਸਕ ਨਹੀਂ ਲਾਇਆ ਹੁੰਦਾ। ਇਦਾਂ ਦੇ ਇੱਥੇ ਦੇ ਹਾਲਾਤ ਹੈ। ਤੇ ਪਰ ਆਪਣਾ ਬਚਾਅ ਜਿਹੜਾ ਆਪ ਰੱਖਣਾ, ਜੋ ਵੀ ਆਵੇ ਆਪਣੇ ਉੱਥੋਂ ਮਾਸਕ ਜ਼ਰੂਰ ਲੈ ਕੇ ਆਉਣ। ਇੱਥੇ ਜਿਹੜੇ ਕੁਆਲਿਟੀ ਵਾਲੇ ਮਾਸਕ ਨਹੀਂ ਹੈਗੇ, ਆਪਣੇ ਉੱਥੋਂ ਹੀ ਇੰਡੀਆ ਤੋਂ ਸਪੇਨ ਤੋਂ ਹੀ ਜਿਹੜੇ ਮਾਸਕ ਜਿਹੜੇ ਵਧੀਆ ਕੁਆਲਿਟੀ ਦੇ ਅੱਜ ਕੱਲ੍ਹ ਮਿਲ ਜਾਂਦੇ ਆ, ਉਹ ਲੈ ਕੇ ਆਓ। ਨਾਲ ਸੈਨੀਟਾਈਜ਼ਰ ਸਾਰਾ ਕੁਝ ਆਪਣਾ ਪ੍ਰਬੰਧ ਜਿਹੜਾ ਲੈ ਕੇ ਆਓ, ਕਿਉਂਕਿ ਇੱਥੇ ਕੋਈ ਵੀ ਹੱਥ ਨਹੀਂ ਧੋਂਦਾ। ਕਿਸੇ ਨੂੰ ਵੀ ਸਮਾਨ ਦੇਣ ਲੱਗੇ, ਚੀਜ਼ ਦੇਣ ਲੱਗੇ, ਕੋਈ ਵੀ ਜਿਹੜਾ ਹੈਗਾ ਉਹ ਡਿਸਟੈਂਸ ਬਿਲਕੁਲ ਨਹੀਂ ਰੱਖਿਆ ਜਾਂਦਾ। ਇੱਦਾਂ ਹੀ ਨੋਰਮਲ ਹੀ ਆ। ਪੁਲਿਸ ਵਾਲੇ ਜਿਹੜੇ ਲੋਕਾਂ ਨੂੰ ਕੁੱਟਦੇ ਹੁੰਦੇ ਸੀਗੇ ਕਿ ਮਾਸਕ ਲਾਓ ਜਾਂ ਘਰ ਦੇ ਵਿੱਚ ਜਾਓ, ਪੁਲਿਸ ਵਾਲੇ ਆਪ ਵੀ ਜਿਹੜੇ ਬਗੈਰ ਮਾਸਕ ਤੋਂ ਹੀ ਤੁਰੇ ਫਿਰਦੇ ਆ। ਇਸ ਕਰਕੇ ਇੱਥੇ ਜਿਹੜਾ ਹੈ, ਪਰਮਾਤਮਾ ਨਾ ਕਰੇ ਕਿ ਇੱਥੇ ਜ਼ਿਆਦਾ ਆਵੇ ਤੇ ਇੱਥੇ ਜਿਹੜਾ ਹੈ ਖਤਰਾ ਬਹੁਤ ਜਿਹੜਾ ਜ਼ਿਆਦਾ ਕਰੋਨਾ ਵਾਇਰਸ ਦਾ। ਇਸ ਕਰਕੇ ਆਪਣੇ ਆਪ ਨੂੰ ਬਚਾ ਰੱਖੋ ਜੀ। ਤੇ ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਤੇ ਕੱਲ੍ਹ ਨੂੰ ਫਿਰ ਨਵੀਆਂ ਤਾਜ਼ੀਆਂ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਤੇ ਸ਼ਨੀਵਾਰ ਨੂੰ ਆਪਾਂ ਸ਼ਾਮ ਨੂੰ ਜਿਹੜਾ ਹੈ ਆਨਲਾਈਨ ਤੁਹਾਡੇ ਨਾਲ ਜਿਹੜਾ ਹੈ ਉਹ ਗੱਲਬਾਤ ਕਰਾਂਗੇ। ਮਿਲਾਂਗੇ ਜੀ ਤੁਹਾਨੂੰ ਆਨਲਾਈਨ ਸ਼ਨੀਵਾਰ ਨੂੰ। ਤੇ ਅੱਜ ਦੀਆਂ ਖਬਰਾਂ ਇੱਥੇ ਸਮਾਪਤ। ਹੱਸਦੇ ਰਹੋ, ਵਸਦੇ ਰਹੋ ਜੀ। ਫਿਰ ਮਿਲਦੇ ਹਾਂ ਜੀ। ਚੜ੍ਹਦੀ ਕਲਾ 'ਚ ਰਹੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਜੀ।